ਜੇ ਮੈਂ ਝੂਠ ਬੋਲਦਾ ਹੋਵਾਂ ਤੇ ਮੈਂ ਅੱਜ ਜਿਹੜੇ ਇਹ ਪਾਠੀ ਸਿੰਘ ਲੰਗਰ ਜਾਂਦੇ ਨੇ ਮਹਾਰਾਜ ਦਾ ਜਦੋਂ ਉੱਥੇ ਸੇਵਾ ਕਰਦੇ ਨੇ ਖੜਾ ਸਾਹਿਬ ਦੀ, ਉਹ ਦੁੱਧ ਇਹਨਾਂ ਦੇ ਪੈਰਾਂ ਨੂੰ ਨਹੀਂ ਲੱਗਦਾ, ਇਹਨਾਂ ਦੀ ਲੱਤਾਂ ਨੂੰ ਨਹੀਂ ਲੱਗਦਾ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਪੱਟੀ ਸਾਹਿਬ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਦੋਸਤੋ ਇਸ ਸੈਗਮੈਂਟ ਨੂੰ ਬਾਬਾ ਢਾਬਾ ਵੱਲੋਂ ਸਪਾਂਸਰ ਕੀਤਾ ਜਾਂਦਾ ਹੈ। ਜਿਹੜੇ ਵੀਰ ਦੂਰੋਂ ਸਾਨੂੰ ਸੁਣਦੇ ਰੇਡੀਓ ਪ੍ਰੋਗਰਾਮ ਜੋ 97 ਦੀ ਸਾਡੀ ਇਹ ਬੇਸ ਹੈ ਉਹ ਤੇ ਆ ਰਹੇ ਹੋ, ਟਰੱਕਰਸ ਹੋਣ ਚਾਹੇ ਕੋਈ ਦੂਰ ਦਰੇਡਿਓਂ ਆ ਰਹੇ ਹੋ, ਤਾਂ ਤੁਹਾਡਾ ਇਸ ਵਕਤ ਖਾਣਾ ਖਾਣ ਨੂੰ ਗਰਮਾ ਗਰਮ ਦਿਲ ਕਰ ਰਿਹਾ ਤਾਂ 255 ਰਦਰਫੋਰਡ ਰੋਡ ਸਾਊਥ ਬਰੈਂਪਟਨ ਇਹ ਬ੍ਰਾਂਚ ਜਿਹੜੀ ਹੈ 2 ਵਜੇ ਤੋਂ 5 ਵਜੇ ਤੋਂ ਲੈ ਕੇ ਰਾਤ ਦੇ 2 ਵਜੇ ਤੱਕ ਖੁੱਲ੍ਹਦੀ ਹੈ। 1779 ਕੁਈਨ ਸਟਰੀਟ ਈਸਟ ਬਰੈਂਪਟਨ ਵਾਲੀ ਜਿਹੜੀ ਬ੍ਰਾਂਚ ਹੈ ਉਹ ਸਵੇਰੇ 11:30 ਤੋਂ ਲੈ ਕੇ ਸਵੇਰ ਦੇ 4 ਵਜੇ ਤੱਕ ਤੁਹਾਡੀ ਲਜ਼ੀਜ਼ ਪਕਵਾਨ ਤੁਹਾਡੇ ਮਨ ਭਾਉਂਦੇ ਵੈਜ ਨੌਨ ਵੈਜ ਤੁਸੀਂ ਤਿਆਰ ਕਰਵਾ ਸਕਦੇ ਹੋ। ਅੱਜ ਕੱਲ੍ਹ ਤਾਂ ਟੇਕ ਆਊਟ ਸਰਵਿਸ ਹੀ ਹੈ ਜੀ। 9054994314 905 499 4314 ਤੇ ਮਹਾਂਵੀਰ ਸਿੰਘ ਬਾਠ ਨੂੰ ਕਾਲ ਕੀਤਾ ਜਾ ਸਕਦਾ। ਅੱਛਾ ਪੱਟੀ ਸਾਹਿਬ ਕਿੱਥੋਂ ਸ਼ੁਰੂ ਕਰੀਏ? ਜਿੱਥੋਂ ਮਰਜ਼ੀ ਸ਼ੁਰੂ ਕਰ ਲਓ ਤੁਸੀਂ ਜੀ। ਲੰਬੀ ਚੌੜੀ ਮੈਂ ਚੱਠਾ ਸਾਹਿਬ ਵਾਲੀ ਪੜ੍ਹ ਰਿਹਾ ਸੀ ਤੁਹਾਡੀ ਸਟੋਰੀ, ਬੜਾ ਮਨ ਹੋਰ ਤਰ੍ਹਾਂ ਹੁੰਦਾ ਜਦੋਂ ਪੜ੍ਹੀ ਦੀ ਹੈ। ਪੜ੍ਹ ਲਿਓ, ਪੜ੍ਹ ਲਈ, ਸਾਰੀ ਪੜ੍ਹ ਲਈ। ਲਿਖੀ ਹੋਵੇ ਪੱਟੀ ਸਾਹਿਬ ਨੇ ਤੇ ਤੁਸੀਂ ਭੇਜੀ ਹੋਵੇ ਤੇ ਫਿਰ ਪੜ੍ਹੀਏ ਨਾ ਤੇ ਉਹਦੇ ਤੇ ਬੜੇ ਰਿਸਪੌਂਸ ਆਇਆ ਜੀ ਤੇ ਹੋਵੇ ਫਿਰ ਧਰਮ ਦੇ ਠੇਕੇਦਾਰਾਂ ਦੀ ਗੱਲ ਹਨਾ। ਹਾਂ ਬਿਲਕੁਲ ਬਿਲਕੁਲ। ਤੇ ਸਾਡੀ ਕੌਮ ਦੇ ਸੇਵਾਦਾਰਾਂ ਦੀ ਗੱਲ ਹੋਵੇ ਜਿਹੜੇ ਹਿਸਟਰੀ ਦੇ ਵਿੱਚ ਵੇਖੋ ਗੱਲ ਹੈ ਆਪਾਂ ਗੱਲ ਕਰਨੀ ਹੈ ਕਿਸੇ ਲੈਵਲ ਤੇ ਗੱਲ ਕਰਨੀ ਹੈ। ਉਹ ਲੋਕ ਨੇ ਜਿਨ੍ਹਾਂ ਨੇ ਹਿਸਟਰੀ ਦੇ ਪਾਤਰ ਨੇ ਉਹ ਹਨਾ ਜੀ ਜੀ ਜੀ। ਜੇ ਅਸੀਂ ਉਹਨਾਂ ਮਹਾਨ ਯੋਧਿਆਂ ਦੀ ਗੱਲ ਕਰਨੀ ਹੈ, ਉਹਨਾਂ ਸੂਰਬੀਰਾਂ ਦੀ ਗੱਲ ਕਰਨੀ ਹੈ, ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਸਰਦਾਰ ਜੱਸਾ ਸਿੰਘ ਰਾਮਗੜੀਆ, ਭਾਈ ਬਘੇਲ ਸਿੰਘ ਜਾਂ ਬਾਬਾ ਬੰਦਾ ਸਿੰਘ ਬਹਾਦਰ ਜਾਂ ਹੋਰ ਅਨੇਕਾਂ ਇਹੋ ਜਿਹੇ ਯੋਧੇ ਹੋਏ ਨੇ ਜਿਹੜੇ ਇਤਿਹਾਸ ਦੇ ਵਿੱਚ ਮਤਲਬ ਜਿਨ੍ਹਾਂ ਦਾ ਮਿਸਾਲ ਮਿਲਦੀ ਹੈ ਹਨਾ ਜੀ ਜੀ ਜੀ। ਤੇ ਜਦੋਂ ਅਸੀਂ ਉਸ ਕੌਮ ਦੇ ਵਿੱਚ ਕਾਂਘਿਆਰੀਆਂ ਜਿਹੜੀਆਂ ਵੇਖਦੇ ਆ, ਜਦੋਂ ਹਿਸਟਰੀ ਪੜ੍ਹਦੇ ਆ ਤੇ ਸੀਨਾ ਚੌੜਾ ਹੁੰਦਾ ਹਨਾ ਭੱਟੀ ਸਾਹਿਬ, ਗਰਬਣਾ ਸੀਨਾ ਚੌੜਾ ਕਰਦੇ ਆ। ਹੁਣ ਅੱਜ ਦਾ ਜਿਹੜਾ ਪਹਿਲੀ ਜੂਨ ਆ ਤੁਹਾਡੇ ਉੱਥੇ ਹੋ ਗਈ ਹੈ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ, ਤਾਂ ਇਹ ਇਤਿਹਾਸ ਦੇ ਵਿੱਚ ਪੰਨਿਆਂ 'ਚ ਦਰਜ ਆ, ਦਰਜ ਹੈ। ਤੇ ਜਦੋਂ ਅਸੀਂ 1 ਜੂਨ ਦੀ ਗੱਲ ਕਰਨੀ ਆ ਤੇ ਜੇ ਅਟੈਕ ਕਾਂਗਰਸ ਨੇ ਕੀਤਾ ਉਸ ਵਕਤ ਦੀ ਜਿਹੜੀ ਹਾਕਮ ਸੀਗੀ ਕਾਂਗਰਸ ਪਾਰਟੀ ਦੀ ਮੁਖੀ ਨੇ, ਤੇ ਗੁਨਾਹਗਾਰ ਉਹਨਾਂ ਮਾਈ ਕੰਟਰੀ ਮਾਈ ਲਾਈਫ ਦੇ ਵਿੱਚ ਭਾਜਪਾ ਵੀ ਹੈ। ਉਹਦਾ ਇੱਕ ਬੰਦਾ ਲਿਖਦਾ ਹੈ, ਅਡਵਾਨੀ ਲਿਖਦਾ ਕਿ ਅਸੀਂ ਉਹ ਤਾਂ ਹੱਕ 'ਚ ਨਹੀਂ ਸੀਗੀ, ਅਸੀਂ ਜ਼ੋਰ ਦੇ ਕੇ ਕਰਵਾਇਆ, ਹਾਲਾਂਕਿ ਪੈਦਲ ਵੀ ਚੱਲ ਕੇ ਆਇਆ ਸੀਗਾ ਅਡਵਾਨੀ, ਸ਼ਾਇਦ ਤੁਹਾਨੂੰ ਪਤਾ ਹੋਊਗਾ। ਦਰਬਾਰ ਸਾਹਿਬ ਪੰਜਾਬ ਦੇ ਵਿੱਚ ਭਲਿਆ ਵੇਲਿਆਂ ਦੀ ਗੱਲ ਕਰਦਾ ਮੈਂ। ਤੇ ਜਦੋਂ ਅਸੀਂ ਉਹਨਾਂ ਦੀ ਗੱਲ ਕਰਨੀ ਆ, ਇਹ ਵੀ ਗੱਲ ਆਉਣੀ ਆ, ਚੰਗੇ ਦੀ ਵੀ ਆਉਣੀ ਆ, ਮਾੜੇ ਦੀ ਵੀ ਆਉਣੀ, ਤੇ ਇਤਿਹਾਸ ਸਿਰਜਣ ਵਾਲਿਆਂ ਦੀ ਵੀ ਆਉਣੀ ਆ, ਬੰਦੀ ਛੋੜ ਦੀ ਵੀ ਆਉਣੀ ਆ, ਧੀਆਂ ਨੂੰ ਬਚਾ ਕੇ ਤੇ ਉਹਨਾਂ ਨੂੰ ਆਪ ਆਪਣੇ ਘਰੇ ਪਹੁੰਚਾਉਣ ਵਾਲੀ ਗੱਲ ਵੀ ਆਉਣੀ, ਤੇ ਹਰੀ ਸਿੰਘ ਨਲਵੇ ਦੀ ਵੀ ਗੱਲ ਆਉਣੀ ਆ ਕਿ ਇੱਕ ਪਠਾਣੀ ਕਹਿੰਦੀ ਸੀ ਕਿ ਮੈਂ ਤੇਰੇ ਵਰਗਾ ਬੱਚਾ ਮੈਨੂੰ ਚਾਹੀਦਾ, ਤੇਰਾ ਬੱਚਾ ਮੇਰੀ ਕੋਖ ਚਾਹੀਦਾ। ਤੂੰ ਕਹਿੰਦਾ ਵੀ ਮੈਂ ਤੇ ਨਹੀਂ ਮੈਂ ਤੂੰ ਤੇ ਮੇਰੀ ਭੈਣ ਆ ਹਨਾ। ਹਿਸਟਰੀ ਪੜ੍ਹਦੇ ਹੋ ਨਾ ਜੀ। ਪਹਿਲਾਂ ਤੋਂ ਉਹਨੇ ਤਲਵਾਰ ਕੱਢਣ ਉਹਦੇ ਤੂੰ ਮੇਰਾ ਚਿੱਤਰ ਪਖਣਾ ਹੀ ਹੈ। ਹਾਂ ਦੇਖੋ ਤੇ ਇਹ ਜਿਹੜੇ ਆ ਸ਼ਰੇਆਮ ਡਿਜੀਟਲ ਯੁੱਗ ਨੂੰ ਵੀ ਕਹਿੰਦੇ ਕਿ ਮੈਂ ਤਾਂ ਵੀਡੀਓ ਦੇ ਵਿੱਚ ਹੈ ਹੀ ਨਹੀਂ ਸੀ। ਜੀ ਜੀ। ਇੰਨੀ ਬੇਸ਼ਰਮੀ, ਇੰਨੀ ਬੇਹੂਦਗੀ, ਔਰ ਉਹਦੇ ਉੱਤੇ ਜਿਹੜੇ ਜਿਨ੍ਹਾਂ ਦੀ ਹੁਣ ਮੈਂ ਗੱਲ ਕਰਨ ਲੱਗਾ ਉਹ ਲਾਹਨਤੀ ਲੋਕ ਜਿਹੜੇ ਅੱਜ ਵੀ ਸਿੱਖਾਂ ਦੇ ਉਸ ਸਰਮਾਏ ਦੇ ਉੱਤੇ ਕਬਜ਼ਾ ਕਰਕੇ ਬੈਠੇ ਨੇ, ਚੌਧਰੀਆਂ ਲੈ ਕੇ ਬੈਠੇ ਹੋਏ ਨੇ, ਚਾਹੇ ਉਹ ਪ੍ਰਧਾਨ ਨੇ ਚਾਹੇ ਕੁਝ ਵੀ ਆ, ਕਿਸੇ ਤਰ੍ਹਾਂ ਵੀ ਜੋ ਇਹਨਾਂ ਇਹੋ ਜਿਹਿਆਂ ਨੂੰ ਉਹਨਾਂ ਦੇ ਗੁਨਾਹ ਮਾਫ਼ ਕਰਦੇ ਨੇ, ਮਤਲਬ ਲਾਲਚ ਵਸ ਆ ਕੇ, ਉਹ ਵੀ ਇਤਿਹਾਸ ਦੇ ਪਾਤਰ ਨੇ। ਸੋ ਇਸ ਕਰਕੇ ਲਿਖੀ ਹੋਵੇ ਪੱਟੀ ਸਾਹਿਬ ਨੇ ਪੂਰੀ ਦੀ ਪੂਰੀ ਉਹਦੀ ਕੀ ਕਹਿੰਦੇ ਹੁੰਦੇ ਆ ਪੱਤਰੀ, ਤੇ ਫਿਰ ਪੜ੍ਹੇ ਨਾ ਪੰਡਤ ਤੇ ਫਿਰ ਫਾਇਦਾ ਨਹੀਂ ਨਾ ਕੋਈ। ਦੋ ਵਿਧਾਇਕਾਂ ਦੇ ਪੁੱਤਰਾਂ ਨੂੰ ਬਾਅਦ ਕਰਾਂਗੇ, ਪਰ ਇਹ ਜਿਹੜੀ ਪੜ੍ਹੀ ਸੀਗੀ ਗੱਲ, ਇਹ ਹੁਣ ਇਹਦੇ ਬਾਰੇ ਥੋੜ੍ਹਾ ਜਿਹਾ 1 ਮਿੰਟ ਜ਼ਿਆਦਾ ਨਾ 2 ਮਿੰਟ ਦੇ ਵਿੱਚ ਦੱਸ ਦਿਓ ਤੇ ਫਿਰ ਆਪਾਂ ਅੱਗੇ ਵਧਦੇ ਹਾਂ, ਕਿਉਂਕਿ ਅਮਨ ਜੀ ਵੀ ਇਹਦੀ ਕਰਕੇ ਗਏ ਨੇ ਗੱਲਬਾਤ। ਦੇਖੋ ਜੀ ਚੱਡਾ ਸਾਹਿਬ ਜਿਹੜੀ ਗੱਲ ਆ
ਪਤਾ ਨਹੀਂ ਉਹਨਾਂ ਨੂੰ 2 ਬੰਦੇ ਫੜ ਕੇ ਠਾਉਂਦੇ ਆ ਤੇ 2 ਫੜ ਕੇ ਬਿਠਾਉਂਦੇ ਆ। ਇਸ ਵੇਲੇ ਉਹਨਾਂ ਨੂੰ ਚਾਹੀਦਾ ਸੀ ਵੀ ਜਿਹੜੀਆਂ ਤੁਹਾਡੇ ਕੋਲ ਗਲਤੀਆਂ ਉਹਨਾਂ ਦੇ ਤੁਸੀਂ ਜਾ ਕੇ ਉਹਦਾ ਖਿਮਾ ਜਾਚਨਾ ਕਰੋ, ਚਿੰਤਾ ਕਰੋ, ਬੈਠ ਕੇ ਮਾਂ ਜਿੱਦਾਂ ਕਿ ਨਾ ਲਓ। ਪਤਾ ਨਹੀਂ ਕਿਉਂ ਉਹਨਾਂ ਦੇ ਮਨ ਚ ਅਜੇ ਵੀ ਲਾਲਸਾ। ਸਭ ਤੋਂ ਵੱਡੀ ਗੱਲ, ਚਾਵਲਾ ਸਾਹਿਬ ਖਾਲਸਾ ਕਾਲਜ ਦੇ ਪ੍ਰਧਾਨ ਨੇ ਕਾਲ ਤਖਤ ਦੇ ਹੁਕਮਾਂ ਨੂੰ ਟਿੱਚ ਜਾਣੇ। ਟਿੱਚ ਕਿਉਂ ਜਾਣਿਆ? ਜਦੋਂ ਅਕਾਲ ਤਖਤ ਤੋਂ ਇੱਕ ਆਦੇਸ਼ ਜਾਰੀ ਹੋ ਗਿਆ ਵੀ ਜਿੰਨੀਆਂ ਵੀ ਸੰਸਥਾਵਾਂ ਦਾ ਚੱਡਾ ਹੈਗਾ ਵਾ ਕਿਤੇ ਮੈਂਬਰ ਹੈ ਕੁਛ ਇਹਨੂੰ ਕੱਢ ਦਿੱਤਾ ਜਾਵੇ। ਚੀਫ ਖਾਲਸਾ ਦੀਵਾਨ ਨੇ ਉਹਦੀ ਪ੍ਰਧਾਨਗੀ ਲਾਇਆ, ਮੁੜ ਕੇ ਉਹਦੀ ਮੈਂਬਰਸ਼ਿਪ ਖਾਰਜ ਕੀਤੀ ਬਿਲਕੁਲ ਪ੍ਰੋਪਰ ਤੌਰ ਤੇ ਪਰਮਿਸ਼ਨ ਲੈ ਕੇ ਆਪਣੇ ਹਾਊਸ ਕੋਲੋਂ। ਖਾਲਸਾ ਕਾਲਜ ਨੇ ਸਿਰਫ ਉਹਨੂੰ ਵਾਈਸ ਪ੍ਰਧਾਨਗੀ ਲਾਇਆ ਲੇਕਿਨ ਮੈਂਬਰਸ਼ਿਪ ਖਾਰਜ ਨਹੀਂ ਕੀਤੀ। ਇਹਦਾ ਮਤਲਬ ਤੁਸੀਂ ਚੈਲੰਜ ਕਰ ਰਹੇ ਹੋ ਅਕਾਲ ਤਖਤ ਨੂੰ? ਕਿਉਂ ਕਰ ਰਹੇ ਹੋ? ਤੁਹਾਨੂੰ ਪਤਾ ਵੀ ਸਾਡਾ ਕੁਝ ਜਥੇਦਾਰ ਵਿਗਾੜ ਨਹੀਂ ਸਕਦਾ। ਉਹਨਾਂ ਦਿਨਾਂ 'ਚ ਅਸੀਂ ਨੋਟਿਸ ਲਿਆਂਦੀ ਜਥੇਦਾਰ ਦੇ, ਨਹੀਂ ਗੱਲ ਲਿਆਂਦੀ ਕਿ ਜਥੇਦਾਰ ਜੀ ਆਹ ਗੱਲ ਕੀ ਕਹਿੰਦੇ, ਦੇਖਦੇ ਆ ਜੀ, ਦੇਖਦੇ ਆਂਦੇ ਨੇ। ਹੁਣ ਆਹ ਜਿਹੜਾ ਭਾਣਾ ਵਰਤ ਗਿਆ ਤੁਸੀਂ ਵੇਖ ਹੀ ਲਓ। ਹੁਣ ਚੱਡਾ ਸਾਹਿਬ ਦੀ ਪਿਛਲੀ ਜਿਹੜੀ ਕਹਾਣੀ ਸੀ ਆਪਾਂ ਕਈ ਵੀ ਸੁਣਾ ਚੁੱਕੇ, ਆਪਾਂ ਹੁਣ ਉੱਥੇ ਨਹੀਂ ਜਾਵਾਂਗੇ। ਚੱਡਾ ਸਾਹਿਬ ਦਾ ਬੇਟਾ ਹਰਜੀਤ ਸਿੰਘ ਜਿਹੜਾ ਵਾ ਉਹ ਮੈਨੇਜਿੰਗ ਕਮੇਟੀ ਦਾ ਮੈਂਬਰ ਆ। ਇੱਕ ਗਵਰਨਿੰਗ ਕੌਂਸਲ ਹੁੰਦੀ ਹੈ, ਇੱਕ ਮੈਨੇਜਿੰਗ ਕਮੇਟੀ ਹੁੰਦੀ, ਇੱਕ ਐਗਜ਼ੈਕਟਿਵ ਕਮੇਟੀ ਹੁੰਦੀ। ਗਵਰਨਿੰਗ ਕੌਂਸਲ ਦੇ ਵਿੱਚ 101 ਮੈਂਬਰ ਹੁੰਦੇ, ਮੈਨੇਜਿੰਗ ਕਮੇਟੀ ਦੇ 30 ਮੈਂਬਰ ਹੁੰਦੇ ਤੇ ਜਿਹੜੀ ਐਗਜ਼ੈਕਟਿਵ ਹੁੰਦੀ ਤੇ 11 ਮੈਂਬਰ ਹੁੰਦੇ। ਹੁਣ ਇਹਨਾਂ ਨੂੰ ਮੈਨੇਜਿੰਗ ਕਮੇਟੀ ਉਹ ਜਿਹੜੀ ਸਾਰੇ ਸਕੂਲ ਕਾਲਜ ਵੇਖਦੀ ਆ, ਉਹਦੇ ਵਿੱਚ ਇਹਨਾਂ ਨੂੰ ਮੈਂਬਰ ਲੈ ਲਿਆ ਗਿਆ ਵਾ ਇਹਨਾਂ ਦੇ ਬੇਟੇ ਦੀ ਥਾਂ ਤੇ। ਵੀ ਕਿਉਂਕਿ ਇੱਕ ਕਾਨੂੰਨ ਆ ਉਹਨਾਂ ਦਾ ਵੀ ਜਿਹੜਾ 2 ਸਾਲ ਲਗਾਤਾਰ ਮੀਟਿੰਗ 'ਚ ਹਾਜ਼ਰ ਨਹੀਂ ਹੁੰਦਾ ਉਹਨੂੰ ਜਿਹੜੀ ਉਹ ਮੈਨੇਜਮੈਂਟ ਲਾ ਸਕਦੀ ਹੈ। ਹੁਣ ਹਰਜੀਤ ਸਿੰਘ ਵੱਖਰਾ ਪੰਗਾ ਪਾਏਗਾ। ਅੱਜ ਮੇਰੇ ਨਾਲ ਦੀ ਗੱਲਬਾਤ ਹੋਈ ਹੈ, ਉਹ ਆਏਗਾ ਤੇ ਦਰਖਾਸਤ ਦੇਗਾ ਵੀ ਤੁਸੀਂ ਮੈਨੂੰ ਕਿਵੇਂ ਲਾਇਆ ਜੀ, ਤੁਸੀਂ ਮੇਰੇ ਪਿਓ ਨੂੰ ਪਾਇਆ, ਤੁਸੀਂ ਕਿਵੇਂ ਲਾਇਆ ਮੈਨੂੰ, ਉਹ ਵੀ ਇਹ ਪੰਗਾ ਪੈਣਾ। ਲੇਕਿਨ ਉਹ ਪੰਗਾ ਪੈਣ ਤੋਂ ਪਹਿਲਾਂ ਜਿਹੜੀ ਆਪਾਂ ਸਟੋਰੀ ਲਿਖੀ, ਵਧਾਈਆਂ ਦਿੱਤੀਆਂ ਸੰਗਤਾਂ ਨੂੰ ਵੀ ਇਹ ਕੁਛ ਹੋ ਰਿਹਾ ਵਾ। ਚਾਹੀਦਾ ਇਹ ਸੀ ਜੇ ਉਹਦੀ ਮੈਂਬਰਸ਼ਿਪ ਖਾਰਜ ਕੀਤੀ ਹੁੰਦੀ ਤੇ ਅੱਜ ਦੁਬਾਰਾ ਉਹ ਵਾਪਸ ਨਾ ਆਉਂਦਾ। ਉਹਨੂੰ ਚਾਹੀਦਾ ਵਾ ਜਾ ਕੇ ਬੈਠ ਕੇ ਕਿਤੇ ਆਪਣਾ ਕੋਈ ਚਿੰਤਨ ਕਰੇ ਕਿ ਮੇਥੋਂ ਗਲਤੀਆਂ ਆਈਆਂ ਨੇ, ਮੈਂ ਜਾ ਕੇ ਅਕਾਲ ਤਖਤ ਕੋਲ ਜਾ ਕੇ ਮਾਫੀ ਮੰਗਾ, ਜਨਤਕ ਤੌਰ ਤੇ ਲੋਕਾਂ ਨੂੰ ਕਹੋ ਹਾਂ ਗਲਤੀਆਂ ਕੀਤੀਆਂ ਜੀ, ਮੈਨੂੰ ਮਾਫੀ ਦੇ ਦਿਓ ਜੀ। ਉਹ ਤੇ ਅੱਜ ਵੀ ਫਿਰ ਕਹਿੰਦਾ ਬਸ ਠੀਕ, ਮੇਰਾ 10 ਕਰੋੜ ਲੱਗ ਜੇ ਮੈਂ ਚੀਫ ਖਾਲਸਾ ਦੀਵਾਨ ਦਾ ਪ੍ਰਧਾਨ ਬਣਨਾ ਹੀ ਬਣਨਾ। ਇਹ ਗੱਲਾਂ ਕਿਹੜੇ ਪਾਸੇ ਜਾ ਰਹੀਆਂ? ਕਿਉਂ ਸਾਡੇ ਜਥੇਦਾਰ ਸੁੱਤੇ ਨੇ? ਜਥੇਦਾਰ ਨੂੰ 31 ਮਾਰਚ ਨੂੰ ਜਦੋਂ ਪੁੱਛਿਆ ਗਿਆ ਜਥੇਦਾਰ ਜੀ ਚੱਡੇ ਦਾ ਕੀ ਕੀਤਾ, ਕਹਿੰਦੇ ਅੱਜ ਦੀ ਮੀਟਿੰਗ 'ਚ ਕੋਈ ਵਿਚਾਰ ਚਰਚਾ ਨਹੀਂ ਹੋਈ ਤੇ 5 ਦਿਨ ਬਾਅਦ ਤੁਸੀਂ ਉਹਨੂੰ ਜਿਹੜੀ ਕਲੀਨ ਚਿੱਠ ਦੇ ਦਿਓ, ਤੁਸੀਂ ਜਾਓ ਜੀ, ਤੁਹਾਡੇ ਤੇ ਜੇ 2 ਵਜੇ ਦੀ ਛਡਾ ਦਿੱਤੀ ਗਈ। ਉਹ ਜਾ ਕੇ ਫੋਨ ਕੀ ਕਰਦਾ ਵਾ, ਇੱਕ ਚੀਫ ਖਾਲਸਾ ਦੀਵਾਨ ਦੀ ਪ੍ਰਿੰਸੀਪਲ ਨੂੰ ਫੋਨ ਕਰਦਾ, ਮੈਂ ਤੁਹਾਨੂੰ ਮਿਲਣਾ ਚਾਹੁੰਦਾ ਵਾ। ਪ੍ਰਿੰਸੀਪਲ ਨੂੰ ਫੋਨ ਕਰਦਾ, ਉਹ ਪ੍ਰਧਾਨ ਨੂੰ ਫੋਨ ਕਰਦੀ, ਆਹ ਦੱਸੋ ਨਾ, ਉਹ ਪ੍ਰਧਾਨ ਦਾ ਦੱਸੋ ਮੈਂ ਕੀ ਕਰਾਂ ਇੱਥੇ। ਮੈਂ ਕਿਹਾ ਮੇਰੇ ਵਰਗਾ ਪ੍ਰਧਾਨ ਹੁੰਦਾ ਤਾਂ ਉਸੇ ਜਾਂਦਾ ਦਰਖਾਸਤ ਪੁਲਿਸ ਨੂੰ, ਕਮਿਸ਼ਨ ਨੂੰ, ਕਹਿੰਦਾ ਘਰ ਰੇਡ ਫੜ ਦੋ ਬੰਦੇ ਨੂੰ। ਇਹ ਕੋਲ ਲੇਡੀ ਨਹੀਂ ਨਿਕਲ ਕਰਨ ਵਾਲਾ, ਨਾ ਤੂੰ ਪ੍ਰਧਾਨ ਨਾ ਮੈਂਬਰ, ਤੂੰ ਨਿਕਲ ਕਰ ਹੋਵੇ, ਲੇਕਿਨ ਕਿਸੇ ਕੋਈ ਕੁਸਕਿਆ ਨਹੀਂ ਗਾ। ਹੁਣ ਅੱਜ ਉਹ ਮੈਂਬਰ ਬਣ ਗਿਆ ਤਾਂ ਸਟੋਰੀ ਲੱਗਣ ਤੋਂ ਬਾਅਦ ਰੌਲਾ ਕਾਫੀ ਪਿਆ ਵਾ, ਇਹਦੇ ਸਿੱਟੇ ਕੀ ਨਿਕਲਦੇ ਆ ਅਗਲੇ 1-2 ਤੇ ਪਤਾ ਲੱਗੇ। ਦੋਸਤੋ ਤੁਸੀਂ ਸੁਣਦੇ ਦੇਖਦੇ ਜਾ ਰਹੇ ਹੋ ਰੰਗਲਾ ਪੰਜਾਬ, ਔਰ ਮੈਂ ਆਪ ਜੀ ਦਾ ਦੋਸਤ ਅਤੇ ਹੋਸਟ ਦਿਲਬਾਗ ਸਿੰਘ ਚਾਵਲਾ। ਔਰ ਰੰਗਲਾ ਪੰਜਾਬ ਦੇ ਵਿੱਚ ਤੁਹਾਡਾ ਕੋਈ ਕੁਐਸਚਨ ਹੋਵੇ 9058131320। ਸਰਦਾਰ ਜਸਬੀਰ ਸਿੰਘ ਪੱਟੀ ਇਸ ਵਕਤ ਅੰਮ੍ਰਿਤਸਰ ਤੋਂ ਸਾਡੇ ਸੀਨੀਅਰ ਪੱਤਰਕਾਰ ਪੰਜਾਬ ਲੈਵਲ ਤੋਂ, ਔਰ ਨਸ ਤੋਂ ਵਾਕਫ ਨੇ ਇਹਨਾਂ ਦੀ ਜਿਹੜੀ ਹੈ ਕੀ ਕਹਾਂ ਹੁਣ ਮੈਂ, ਜਿਹੜੀ ਸਾਡੀ ਸੋ ਕਾਲਡ ਪੰਥਕ ਹਾਂਜੀ ਲੀਡਰਸ਼ਿਪ ਉੱਪਰਲੇ ਦੀ। ਤੇ ਮੈਂ ਤਾਂ ਇਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਨਾ ਕਿ ਬਾਬਾ ਜੀ ਹੁਣ ਸਮਝ ਗਏ ਨੇ, ਹੁਣ ਮੈਂ ਹੱਥ ਕੱਲ੍ਹ ਲਈ ਜੋੜੇ ਨੇ, ਹੁਣ ਹੱਥਾਂ ਜੋੜਿਆਂ ਦੀ ਲਾਜ ਰੱਖੋ। ਹੁਣ ਤੁਹਾਨੂੰ ਇਹ ਪਤਾ ਵੀ ਹੱਥ ਮੈਂ ਕਦ ਲਈ ਜੋੜੇ ਨੇ ਤੇ ਸਾਡੇ ਸਰੋਤੇ ਤੇ ਦਰਸ਼ਕ ਦੱਸਣਗੇ ਤੇ ਤੁਸੀਂ ਸਮਝ ਚੁੱਕੇ ਹੋ ਕਿ ਮੈਂ ਹੱਥ ਕਦ ਲਈ ਜੋੜੇ ਨੇ। ਚਲੋ ਖੈਰ ਆਣੀ ਇੱਥੇ ਨਾ ਸਾਹਿਬ ਇਹਦੇ ਬਾਰੇ ਜਿੰਨੀਆਂ ਵੀ ਸਾਡੀਆਂ ਮੇਰੀਆਂ ਹੁਣ ਤੱਕ ਸਟੋਰੀਆਂ ਛਪ ਚੁੱਕੀਆਂ ਸਾਰੀਆਂ ਕੰਪਾਈਲ ਕਰ ਰਹੇ, ਸਾਰੀਆਂ ਇਕੱਠੀਆਂ ਕਰ ਰਹੇ, ਉਹਨਾਂ ਸਾਰੀਆਂ ਸਟੋਰੀਆਂ 'ਚ ਗੱਲਾਂ ਸਾਰੀਆਂ ਹੈਗੀਆਂ ਨੇ। ਪੱਟੀ ਸਾਹਿਬ ਪੰਜਾਬ ਦੇ ਨਾ ਨਹੀਂ ਉਹ ਸਟੋਰੀਆਂ ਤੁਸੀਂ ਲਿਖ ਦਿੱਤੀਆਂ, ਬਟ ਉਹਨਾਂ ਨੂੰ ਇੱਕ
ਕਿਤਾਬ ਜੀ ਦੇ ਰੂਪ ਦੇ ਵਿੱਚ ਜੋ ਹਿਸਟੋਰੀ ਤੁਸੀਂ ਹਿਸਟਰੀ ਦੇ ਜੋਗੇ ਨਾ, ਕਿਤਾਬ ਦੇ ਵਿੱਚ ਛੋੜ ਕੇ ਦੇਵਾਂਗੇ ਜੋ ਹਿਸਟਰੀ ਦੇ ਜੋਗੇ ਨਾ ਜੀ ਤੁਸੀਂ, ਉਹ ਮਤਲਬ ਦੇ ਜੋਗੇ, ਮਤਲਬ ਇਹ ਨਹੀਂ ਕਿ ਮੈਂ ਕਹਿੰਦਾ ਕਿ ਤੁਸੀਂ ਕੱਲ ਚੱਲੇ ਹੋ, ਪਤਾ ਕੋਈ ਨਹੀਂ ਆ, ਮੈਂ ਜਾਣਾ ਕਿ ਤੁਸੀਂ ਜਾਣਾ ਸਾਰਿਆਂ ਨੇ ਆ, ਆਪਾਂ ਅਮਰ ਨਹੀਂ ਗਏ। ਬਿਲਕੁਲ ਬਿਲਕੁਲ। ਮਤਲਬ ਕਹਿਣ ਤੋਂ ਭਾਵ ਕਿ ਖਰੀ ਗੱਲ ਇਹ ਹੈ ਨਾ ਕਿ ਬਾਬੇ ਦੀ ਬਾਣੀ ਨੂੰ ਤੁਸੀਂ ਸਵੇਰੇ ਸ਼ਾਮ ਦਰਬਾਰ ਸਾਹਿਬ ਜਾਂਦੇ ਹੋ, ਮੱਥਾ ਟੇਕਦੇ ਹੋ, ਉੱਥੇ ਮਤਲਬ ਅਰਲੀ ਮਾਰਨਿੰਗ 4 ਵਜੇ ਆ ਕੇ ਨਿਤਨੇਮ ਤੁਸੀਂ ਜਿਹੜਾ ਤੁਹਾਡਾ ਉਹਦੇ ਵਿੱਚ ਤੁਸੀਂ ਜਿਹੜੀ ਹੈ ਜਦੋਂ ਜਾਂਦੀ ਹੈ ਮਹਾਰਾਜ ਦੀ ਸਵਾਰੀ, ਤੁਸੀਂ ਉਹਨੂੰ ਮੋਢਾ ਦਿੰਦੇ ਹੋ ਪਾਲਕੀ ਸਾਹਿਬ ਨੂੰ, ਤੇ ਉਹਦੇ ਵਿੱਚ ਜਿਹੜਾ ਬਾਪੂ ਸਾਡਾ ਬੈਠਾ ਨਾ 1430 ਪਾਵਨ ਪਵਿੱਤਰ ਪੰਨਿਆਂ ਦੇ ਵਿੱਚ, ਉਹ ਕਹਿੰਦਾ ਮਰਨ ਲਿਖਾਏ ਮੰਡਲ ਮੇ ਆਏ। ਬਿਲਕੁਲ ਜੀ, ਬਿਲਕੁਲ ਹਾਂਜੀ। ਰਾਮ ਗਿਓ ਰਾਵਣ ਗਿਓ ਜਾਂ ਕੋ ਬਹੁ ਪਰਿਵਾਰ ਕਹੋ ਨਾਨਕ ਥਿਰ ਕਿਛ ਨਹੀਂ ਸੁਪਨੇ ਜੋ ਸੰਸਾਰ ਜੋ ਉਪਜਿਓ ਸੋ ਬਿਨਸ ਹੈ ਪਰ ਉਹ ਅੱਜ ਕੇ ਕਾਲ। ਇਹ ਚੇਤੇ ਰੱਖਣਾ ਪਊਗਾ, ਖਾਸ ਤੌਰ ਤੇ ਸਾਨੂੰ ਹਰ ਵਕਤ ਆ ਜਿਹੜਾ ਦੌਰ ਚੱਲਦਾ ਪਿਆ, ਜੇ ਅਸੀਂ ਕਹਿੰਦੇ ਨਾ ਕਿ ਇੰਨੇ ਲੱਖ ਦੁਨੀਆ ਭਰ ਦੇ ਵਿੱਚ ਮਰ ਗਿਆ, ਤੇ ਕੱਲ ਕੋਈ ਪਤਾ ਨਹੀਂ ਕਿ ਮਤਲਬ ਇੱਕ ਪੋਸਟ ਆਵੇ ਕਿ ਜੀ ਡੈਡ ਇਜ਼ ਨੋ ਮੋਰ, ਮਾਈ ਬ੍ਰੋ ਇਜ਼ ਨੋ ਮੋਰ, ਮਾਈ ਅੰਕਲ ਇਜ਼ ਨੋ ਮੋਰ, ਸੋ ਉਹਦੇ 'ਚ ਫੋਟੋ ਮੇਰੀ ਹੋਵੇ। ਮੈਂ ਤਾਂ ਇੱਦਾਂ ਤੱਕ ਚੱਲਦਾ, ਮੈਂ ਤਾਂ ਇੰਨਾ ਕਲੀਅਰ ਹਾਂ ਕਿ ਜਾਣਾ ਹੀ ਆ ਭਾਈ। ਸੋ ਇਸ ਕਰਕੇ ਉਹ ਹੱਥ ਜੋੜਨ ਦੀ ਬੇਨਤੀ ਇਹ ਨਹੀਂ ਕਿ ਵੀ ਤੁਸੀਂ ਅੱਜ ਤੁਸੀਂ ਜਾਂ ਮੈਂ ਚੱਲ ਜਾਣਾ, ਕੋਈ ਵਾਰੀ ਆਪੋ ਆਪਣੀ ਕੋਈ ਨਾ ਬਨੇ ਤੀ ਸਭਣਾ ਸੌਰੀ ਵੰਜਣਾ ਸਭ ਮੁਕਲਾਮਾਰ। ਸੋ ਗੱਲ ਇਹ ਆ ਕਿ ਬੜਾ ਅੱਛਾ ਲੱਗਦਾ ਜਦੋਂ ਆਪਾਂ ਗੱਲ ਕਰਦੇ ਹਾਂ, ਔਰ ਮੈਨੂੰ ਇਹ ਵੀ ਪਤਾ ਲੱਗਾ ਕਿ ਬਹੁਤ ਵੱਡੇ ਤਾਦਾਦ ਦੇ ਵਿੱਚ ਲੋਕ YouTube 'ਤੇ ਵੀ ਇਸ ਦੇਖਦੇ ਨੇ, ਬੜੀ ਲੰਬੀ ਲੰਬੀ ਬਹਿਸ ਬਸਈਆ ਵੀ ਹੁੰਦਾ ਭਾਈ। ਉੱਥੇ ਮੇਰੀ ਰਿਕੁਐਸਟ ਆ ਵੀ ਫੋਨ ਕਰਕੇ ਮੇਰੇ ਨਾਲ ਗੱਲ ਕਰ ਲਓ ਕਿ 2-4 ਮਿੰਟ ਤੇ ਹੋਣਗੇ, ਪਰ ਕੋਈ ਇੰਨੇ ਟਾਈਪ ਟੂਪ ਕਰਨ ਵਾਲੇ ਅਸੀਂ ਇੰਨੇ ਫਾਸਟ ਨਹੀਂ ਗੇ, ਕਿਉਂਕਿ ਉਹ ਉਧਰਲੇ ਪਾਸੇ ਸਮਾਂ ਕੀ ਮਤਲਬ ਸਾਡੇ ਕੋਲ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਹੋਰ ਵੀ ਕੰਮ ਹੁੰਦੇ ਨੇ। ਸੋ ਉੱਥੇ ਜਿਹੜੇ ਤੁਸੀਂ ਕਮੈਂਟਸ ਕਰਦੇ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ। ਮੇਰੇ ਵੱਲੋਂ ਸਾਰਿਆਂ ਨੂੰ ਪਿਆਰ, ਤੇ ਲੜਿਆ ਨਾ ਕਰੋ, ਪਿਆਰ ਨਾਲ ਗੱਲ ਕਰਿਆ ਕਰੋ। ਹਾਂ, ਇੱਕ ਮੈਂ ਹੋਰ ਕਹਾਂ, ਜੇ ਤੁਹਾਨੂੰ ਇਹ ਪ੍ਰੋਗਰਾਮ ਚੰਗਾ ਲੱਗਦਾ YouTube ਤੇ Facebook ਤੇ ਮਾਵਾਂ ਤੇ ਧੀਆਂ ਉਹਨਾਂ ਨੂੰ ਕਦੇ ਵੀ ਆਪਣੀ ਗੱਲ 'ਚ ਨਹੀਂ ਲੈ ਕੇ ਆਉਣਾ। ਉਹਦੇ ਵਿੱਚ ਇਹੋ ਜਿਹੀ ਸ਼ਬਦਾਵਲੀ ਨਹੀਂ ਵਰਤਣੀ ਕਿ ਜੇ ਕੋਈ ਭੈਣ ਪੜ੍ਹਦੀ ਹੋਵੇ ਜਾਂ ਕੋਈ ਮਾਂ ਪੜ੍ਹਦਾ ਹੋਵੇ ਜਾਂ ਤੁਹਾਡਾ ਕੋਈ ਬਾਪ ਪੜ੍ਹਦਾ ਹੋਵੇ ਜਾਂ ਅੰਕਲ ਪੜ੍ਹਦਾ ਹੋਵੇ, ਚਾਚਾ ਤਾਇਆ, ਉਹਦੇ ਵਿੱਚ ਕੋਈ ਸ਼ਬਦਾਵਲੀ ਇਹੋ ਜਿਹੀ ਹੋਵੇ। ਇਹ ਸਾਰੀਆਂ ਉਹਨਾਂ ਦਾ ਕੀ ਕਸੂਰ ਆ, ਅਸੀਂ ਉਹਨਾਂ ਨੂੰ ਕੋਈ ਵਿੱਚ ਲਿਆਈਏ? ਆਪਸ ਵਿੱਚ ਵੈਸੇ ਚੱਲੋ, ਗਾਲ ਗਲੋਚੀ ਨਾ ਕਰਿਆ ਕਰੋ, ਬਸ ਇੰਨੀ। ਥੈਂਕ ਯੂ। ਸੋ ਪੱਟੀ ਸਾਹਿਬ, ਉਹ ਰਿਕੁਐਸਟ ਆ। ਚਾਵਲਾ ਸਾਹਿਬ, ਮੈਨੂੰ ਇੱਕ ਫੋਨ ਆਇਆ ਇਜ਼ਰਾਈਲ ਤੋਂ। ਹਾਂ ਅਬੀ ਬਾਜਵਾ ਮੁੰਡਾ ਸੀ, ਉਹਦਾ ਮੈਨੂੰ ਫੋਨ ਆਇਆ ਕਿਸੇ ਆਪਣੀ ਖਬਰ ਨੂੰ ਲੈ ਕੇ, ਵੀ ਇਹ ਖਬਰ ਤੇ ਤੁਸੀਂ ਆਹ ਗੱਲ ਕਹੀ, ਆਹ ਨਾਲ ਗੱਲ ਹੋਰ ਜੋੜ ਦਿਓ, ਇੱਥੇ ਆ ਕੁਛ ਹੋ ਰਿਹਾ। ਹਾਂ, ਹੋ ਰਿਹਾ, ਲੋਕ ਸੁਣਦੇ ਨੇ। ਤੇ ਮੈਂ ਉਹਦਾ ਧੰਨਵਾਦ ਕੀਤਾ ਵੀ ਤੂੰ ਭਾਈ ਸਾਡੀ ਜਾਣਕਾਰੀ ਵਾਧਾ ਕੀਤਾ ਜੀ। ਉਹਨਾਂ ਨੇ ਤਾਂ ਸੁਣਦਾ ਮੈਂ ਜੀ, ਮੈਂ YouTube ਖੋਲ ਲੈਣਾ, ਤੁਹਾਡੀ ਜਿੰਨੀਆਂ ਸਾਰੀਆਂ ਸਟੋਰੀਆਂ ਸੁਣ ਕੇ ਫਿਰ ਸੁਣਨਾ। ਅੱਛਾ ਚਲੋ ਪੱਟੀ ਸਾਹਿਬ, ਇੱਕ ਕਾਲ ਲੈ ਲੈਣੇ ਆ ਫਿਰ। ਹੈਲੋ ਹਾਂਜੀ ਭਾਈ, ਸਤਿ ਸ੍ਰੀ ਅਕਾਲ। ਪੱਟੀ ਸਾਹਿਬ ਭਾਜੀ ਨੂੰ ਵੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਭੈਣ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਹਾਂਜੀ ਭਾਜੀ, ਮੈਂ ਤਾਂ ਸੁਣ ਰਹੀ ਸੀ, ਮੈਂ ਇਹ ਪੁੱਛਣਾ ਆ ਬਈ ਦਰਬਾਰ ਸਾਹਿਬ ਦੇ ਵਿੱਚ ਜਦੋਂ ਪਾਲਕੀ ਸਾਹਿਬ ਲਿਆਉਂਦੇ ਹਜੇ ਵੀ ਦੁੱਧ ਨਾਲ ਫਰਸ਼ਾਂ ਧੋਂਦੇ ਆ। ਸਾਡੇ ਮਦਰ ਜੀ ਇੱਕ ਵਾਰੀ ਗਏ ਸੀ ਤਾਂ ਉਹ ਤਿਲਕ ਕੇ ਡਿੱਗ ਪਏ ਸੀਗੇ ਉੱਥੇ, ਤਾਂ ਕੀ ਇਹ ਠੀਕ ਆ? ਬਾਬਾ ਜੀ ਨੇ ਆਪਣੇ ਗੁਰੂਆਂ ਨੂੰ ਥੋੜ੍ਹਾ ਕਿਹਾ ਵੀ ਦੁੱਧ ਤੁਸੀਂ ਫਲੋਰਾਂ ਤੇ ਪਾਇਓ, ਬਾਹਰ ਗਰੀਬ ਗੁਰਬਾ ਮਰਦਾ ਫਿਰਦਾ, ਦੁੱਧ ਨਹੀਂ ਮਿਲਦਾ, ਕਿਸੇ ਨੂੰ ਕੁਛ ਨਹੀਂ ਮਿਲਦਾ। ਕੀ ਬਾਬਾ ਜੀ ਨੇ ਕਿਹਾ ਸੀ ਵੀ ਏਦਾਂ ਕਰਿਓ ਤੁਸੀਂ, ਜਾਂ ਇਹ ਏਦਾਂ ਦੇ ਕੰਮ ਕੀ ਇਹ ਸਹੀ ਆ? ਹਜੇ ਏਦਾਂ ਕਰਦੇ ਆ? ਤੁਹਾਡਾ ਸਵਾਲ ਬੜਾ ਵਧੀਆ। ਮੈਂ ਇੱਥੇ ਬੜੀ ਵਾਰੀ ਬਹੁਤ ਵੱਡੀ ਤਾਦਾਦ ਦੇ ਵਿੱਚ ਮੈਂ ਤਾਂ ਸ਼ੁਰੂ ਤੋਂ ਕਈ ਵਾਰੀ ਗੱਲ ਕਰ ਚੁੱਕੇ, ਪਰ ਤੁਹਾਡੇ ਮਾਤਾ ਜੀ ਸਹੀ ਨੇ ਹੁਣ? ਉਹਨਾਂ ਦਾ ਚੂੜਾ ਜਾੜਾ ਤਾਂ ਨਹੀਂ ਹਿੱਲਿਆ? ਸਹੀ ਤਾਂ ਹੈਗੇ ਆ, ਪਰ ਤੁਹਾਨੂੰ ਪਤਾ ਜਦੋਂ ਓਲਡ ਹੁੰਦੇ ਫਿਰ ਥੋੜਾ ਤਾਂ ਪ੍ਰੋਬਲਮ ਰਹਿੰਦੀ ਆ। ਚਲੋ ਠੀਕ, ਕੋਈ ਗੱਲ ਨਹੀਂ। ਥੈਂਕ ਯੂ। ਬਾਬੇ ਨੇ ਵੈਸੇ ਇਹ ਗੱਲ ਨਹੀਂ ਕਹੀ। ਨਹੀਂ, ਬਾਬਾ ਤੇ ਤੁਸੀਂ ਫਰਸ਼ਾਂ ਤੇ ਧੋਇਓ। ਨਹੀਂ, ਬਾਬੇ ਨੇ ਤੇ ਇਹਨਾਂ ਚੀਜ਼ਾਂ ਦਾ ਖੰਡਨ ਕੀਤਾ। ਹਾਂਜੀ, ਬਾਬੇ ਨੇ ਤੇ ਫਿਰ ਜਦੋਂ ਉਸ ਵਕਤ ਦਾ ਜਿਹੜਾ ਬ੍ਰਾਹਮਣੀ ਕਲਚਰ ਸੀਗਾ, ਹੁਣ ਬ੍ਰਾਹਮਣ ਦਾ ਮਤਲਬ ਇਹ ਨਹੀਂ ਹੈ ਕਿ ਉਹ ਇੱਕ ਜਾਤ ਹੈ, ਉਹ ਇੱਕ ਸਿੱਖਿਆ ਦੇਣ ਵਾਲਾ ਸੀਗਾ, ਟੀਚਰ ਸੀ ਸਾਡਾ। ਉਸ ਮੇਰੇ ਬੇਟਾ ਵੀ ਨਾਲ ਗਿਆ ਸੀਗਾ, ਤਾਂ ਉਹ ਵੀ ਬੜਾ ਜਿੱਦਾਂ ਦੇਖ ਕੇ ਕਹਿੰਦਾ ਕਿੱਦਾਂ ਕਰਦੇ ਆ, ਕਹਿੰਦੇ ਐਨੀਵੇ। ਹਾਂਜੀ, ਥੈਂਕ ਯੂ। ਇਹ ਸਹੀ ਨਹੀਂ ਭਾਜੀ ਦੇ ਵਿਚਾਰ ਸੁਣਨੇ। ਹਾਂਜੀ, ਮਿਹਰਬਾਨੀ। ਹਾਂਜੀ ਪਾਟੀ ਸਾਹਿਬ। ਪਹਿਲੀ ਗੱਲ ਤੇ ਬੀਬੀ ਜੀ, ਜਿਹੜੀ ਗੱਲ ਤੁਸੀਂ ਕੀਤੀ ਆ, ਧੋਂਦੇ ਆ ਜਦੋਂ ਉਹ ਧੋਂਦੇ, ਕਿਸੇ ਨੂੰ ਉਦੋਂ ਦਰਬਾਰ ਦੇ ਵਿੱਚ ਜਾਣ ਨਹੀਂ ਦਿੰਦੇ। ਹਾਂ,
ਉੱਥੇ ਉਹੀ ਜਾਂਦੇ ਨੇ ਲੇਕਿਨ ਸਰਬ ਪ੍ਰਵਾਨ। ਜਿਹੜੀ ਤੁਸੀਂ ਅਕਾਲ ਤਖਤ ਦੀ ਗੱਲ ਕਰਦੇ, ਉੱਥੇ ਵੀ ਕੱਚੀ ਲੱਸੀ ਨਾਲ ਇਸ਼ਨਾਨ ਕਰਾਇਆ ਜਾਂਦਾ, ਤੇ ਜਿਹੜਾ ਥੜਾ ਸਾਹਿਬ ਗੁਰਦੁਆਰਾ ਉੱਥੇ ਵੀ ਕੱਚੀ ਲੱਸੀ ਨਾਲ ਇਸ਼ਨਾਨ ਕਰਿਆ। ਅੱਜ ਕੱਲ੍ਹ ਤੇ ਬੰਦ, ਹੁਣ ਉੱਥੇ ਪਹਿਲਾਂ ਕਰਾਇਆ ਜਾਂਦਾ ਸੀ, ਕੱਚੀ ਲੱਸੀ ਵਗੈਰਾ ਬਣਾਈ ਜਾਂਦੀ ਸੀ। ਅੱਜ ਕੱਲ੍ਹ ਬੰਦ ਹੋ ਗਿਆ। ਤੇ ਦਰਬਾਰ ਸਾਹਿਬ ਦੇ ਵਿੱਚ ਜਦੋਂ ਰੂਪ ਸਿੰਘ ਮੈਜਰ ਆਇਆ ਸੀਗਾ ਜੀ, ਉਹਨੇ ਬੰਦ ਕੀਤਾ ਸੀ, ਕਹਿੰਦਾ ਸੀ ਇਹ ਗਲਤ ਕਰ ਰਹੇ ਤੁਸੀਂ। ਹੁਣ ਵੇਖੋ ਜਿਹੜਾ ਤੁਸੀਂ ਅੰਦਰੋਂ ਜੋ ਸਾਫ਼ ਕੀਤਾ, ਉਹ ਸਾਰਾ ਜਿੰਨਾ ਪਾਣੀ ਰੁੜ ਕੇ ਤੇ ਸਰੋਵਰ ਦੇ ਵਿੱਚ ਜਾਣਾ, ਉਹ ਜਦੋਂ ਮੱਛੀਆਂ ਜਿਹੜੀਆਂ ਨਾ ਉਹ ਦੁੱਧ ਵਾਲਾ ਜਿਹੜਾ ਪਾਣੀ ਉਹਦੇ ਨਾਲ ਮਰਦੀਆਂ ਨੇ, ਉਹਨੇ ਬੰਦ ਕੀਤਾ ਸੀ। ਲੇਕਿਨ ਉਹਦੇ ਤੋਂ ਜਾਣ ਤੋਂ ਬਾਅਦ ਫਿਰ ਜਿਹੜੇ ਸਾਡੇ ਕੱਟੜਪੰਥੀ ਸ਼ੁਰੂ ਦੇ ਨਹੀਂ ਜੀ ਇਹ ਬੜੀ ਰਵਾਇਤ ਹੈਗੀ, ਕਿਵੇਂ ਬੰਦ ਹੋ ਜੇਗੀ ਇੱਥੇ, ਉਹਨਾਂ ਫਿਰ ਸ਼ੁਰੂ ਕਰਤਾ, ਅੱਜ ਵੀ ਕਰ ਰਹੇ ਨੇ। ਉਹਦੇ ਲੋਕ ਜਿਹੜਾ ਫਿਰ ਉਹ ਚਰਨਾਮਤ ਉਹਨੂੰ ਸਮਝ ਕੇ ਨਾ ਤੇ ਉਹਦੀ ਬਣਾ ਕੇ ਪੈਕਟ ਜੇ ਬਣਾ ਕੇ ਉਹ ਵੰਡਦੇ ਨੇ ਉੱਥੇ ਵੀ ਇਹ ਅੰਮ੍ਰਿਤ ਆ ਜੀ, ਸਵੇਰ ਦਾ, ਸਵੇਰ ਜਿਹੜੀ ਉਹ ਦੂਸਰੇ ਪੈਰ ਦਾ ਅੰਮ੍ਰਿਤ ਜੋ ਸਫਾਈ ਕੀਤੀ ਹੈ ਜੀ, ਉਹ ਲੈ ਲਓ ਜੀ। ਇਹ ਬਿਲਕੁਲ ਗਲਤ ਹੈ, ਇਹ ਨਹੀਂ ਹੋਣਾ ਚਾਹੀਦਾ। ਤੁਹਾਡੀ ਗੱਲ ਬਿਲਕੁਲ ਠੀਕ। ਮੈਂ ਕਹਿੰਦਾ ਜੀ ਬੰਦਾ ਪੱਟੀ ਸਾਹਿਬ, ਮੈਂ ਇੱਕ ਜਿੰਦਾ ਜਾਗਦਾ ਮਿਸਾਲ ਆ, ਤੇ ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਸਮਝ ਕੇ ਇਹ ਗੱਲ ਮੈਂ ਐਕਸੈਪਟ ਕਰਦਾ। ਦੋ ਤਿੰਨ ਚੀਜ਼ਾਂ ਚਲੋ ਠੀਕ ਹੈ, ਵੇਖਣ ਨੂੰ ਇਹ ਲੱਗਣਾ ਕਿ ਬੜਾ ਬਾਊਸ਼ਾਊ ਜਿਹਾ ਹੈਗਾ ਆ, ਤੇ ਮੇਰੇ ਪਿੰਡ ਦੇ ਮਿੱਤਰ ਵੀ ਦੋਸਤ ਵੀ ਇਸ ਟੈਲੀਵਿਜ਼ਨ ਦੇਖ ਸਕਦੇ ਆ, ਸੁਣ ਸਕਦੇ ਆ। ਛੋਟੇ ਹੁੰਦੇ ਗੋਇੰਦਵਾਲ ਸਾਹਿਬ ਜਾਂਦੇ ਹੁੰਦੇ ਸੀ ਜੀ। ਪੂਰਾ ਮਤਲਬ ਗੁਰਸਿੱਖ ਫੈਮਿਲੀ ਕਹਿ ਲਓ ਤੁਸੀਂ, ਚਲੋ ਜਿੱਦਾਂ ਵੀ ਆ, ਦਸਤਾਰ ਸਜਾਈ ਦੀ ਸੀ ਛੋਟੇ ਹੁੰਦੇ, ਤੇ ਗੋਇੰਦਵਾਲ ਸਾਹਿਬ ਜਾ ਕੇ ਸੇਵਾ ਕਰੀਦੀ ਸੀਗੀ। ਜਿੱਥੇ ਪਿੰਡ ਵਾਲੇ ਜਾਂਦੇ ਸੀ ਨਾ, ਜਿੱਥੇ ਲਾ ਦੇਣਾ ਉੱਥੇ ਲੱਗ ਜਾਣਾ, ਹਨਾ। ਉਦੋਂ ਸਾਈਕਲ ਟਾਵਾਂ ਹੁੰਦਾ ਸੀ, ਟਾਂਗਿਆਂ ਦੇ ਲੋਕ ਜਾਂਦੇ ਹੁੰਦੇ ਸੀ। ਵੇਖਣ ਨੂੰ ਸ਼ਾਇਦ ਕਹਿਣਗੇ ਬੜੀ ਪੁਰਾਣੀ ਗੱਲ ਕਰਦੇ ਆ, ਕੱਲ੍ਹ ਦੀਆਂ ਸਾਨੂੰ ਤੇ ਕੱਲ੍ਹ ਦੀਆਂ ਗੱਲਾਂ। ਟਾਂਗਿਆਂ ਤੇ ਜਾਂਦੇ ਸੀ, ਤੇ ਬੱਸ ਵੀ ਸਾਡੇ ਇੱਕ ਦੋ ਹੀ ਚੱਲਦੀਆਂ ਹੁੰਦੀਆਂ ਸੀ। ਤੇ ਸਾਡੇ ਸਤਿਕਾਰਯੋਗ ਮੇਰੇ ਚਾਚਾ ਜੀ, ਸਕੇ ਚਾਚਾ ਜੀ ਜੀ ਅਮਰ ਸਿੰਘ ਨਰਾਲਾ, ਪੰਜਾਬ ਰੋਡਵੇਜ਼ ਦੀ ਬੱਸ ਚਲਾਉਂਦੇ ਸੀ, ਤਰਨਤਾਰਨ ਤੋਂ ਗੋਇੰਦਵਾਲ ਸਾਹਿਬ ਤੱਕ। ਇੰਨਾ ਰੂਟ ਹੁੰਦਾ ਸੀਗਾ। ਇੱਕ ਚੱਲ ਜਾਣੀ, ਉਹ ਆ ਜਾਣੀ, ਸ਼ਾਮ ਤੱਕ ਉਹੀ ਜਾਣੀ, ਉਹੀ ਸਵੇਰੇ ਉਹੀ ਚੱਲਦੀ ਹੁੰਦੀ ਸੀ ਸ਼ਾਇਦ। ਅਸੀਂ ਪੈਦਲ ਜਾਂਦੇ ਹੁੰਦੇ ਸੀ ਗੋਇੰਦਵਾਲ ਸਾਹਿਬ ਫਤਿਆਬਾਦ ਤੋਂ। ਜੀ। ਹੁਣ ਜਿਹੜੀ ਮੈਂ ਗੱਲ ਕਰਨ ਲੱਗਾ ਚੁਭਣੀ ਆ, ਕੀ ਜਿਹੜਾ ਗੋਇੰਦਵਾਲ ਸਾਹਿਬ ਆ ਜਿੱਥੇ ਮਹਾਰਾਜ ਦਾ ਸਰੂਪ ਪਿਆ ਵਾ, ਉਹ ਪਵਿੱਤਰ ਨਹੀਂ? ਉੱਥੇ ਥੜਾ ਸਾਹਿਬ ਜਿਹੜਾ ਆ, ਉਦੋਂ ਅਸੀਂ ਕਦੇ ਨਹੀਂ ਵੇਖਿਆ ਸੀ। ਇੰਨਾ ਪੈਰਾਂ ਦੇ ਨਾਲ, ਜੇ ਮੈਂ ਝੂਠ ਬੋਲਦਾ ਤੇ ਕੱਲ ਮੈਂ ਤੁਰਨ ਜੋਗਾ ਨਾ ਰਵਾਂ, ਇੰਨਾ ਪੈਰਾਂ ਨਾਲ ਆਟਾ ਗੁੱਧਿਆ, ਇੰਨਾ ਪੈਰਾਂ ਨਾਲ ਆਟਾ ਗੁੰਨਿਆ। ਪੈਰ ਧਵਾ ਕੇ ਅਸੀਂ ਛੋਟੇ ਹੁੰਦੇ ਸੀ, ਮਤਲਬ ਘਰੋਂ ਇਸ਼ਨਾਨ ਕਰਕੇ ਜਾਣਾ ਜਾਂ ਬੰਬੀ ਤੇ ਇਸ਼ਨਾਨ ਕਰਕੇ ਜਾਣਾ, ਤੁਰ ਕੇ ਜਾਣਾ, ਉੱਥੇ ਪੈਰ ਧਵਾ ਕੇ ਤੇ ਸਾਡੇ ਵਰਗੇ ਬੱਚਿਆਂ ਨੂੰ ਚਬੱਚੇ 'ਚ ਵਾੜ ਦਿੰਦੇ ਸੀ। ਜੀ। ਮੈਂ ਚੈਲੰਜ ਕਰਦਾ, ਉੱਥੋਂ ਦੇ ਗੁਰਦੁਆਰਾ ਸਾਹਿਬ ਦਾ ਕੋਈ ਵੀ ਸੱਜਣ ਮਿੱਤਰ ਸੁਣਦਾ ਹੋਊਗਾ ਜਾਂ ਉੱਥੋਂ ਦਾ ਕੋਈ ਪ੍ਰਧਾਨ ਸੁਣਦਾ ਹੋਊਗਾ, ਉਸ ਵਕਤ ਇਹ ਸਾਨੂੰ ਬੱਚਿਆਂ ਕੋਲ ਸੇਵਾ ਲਈ ਜਾਂਦੀ ਸੀ। ਜੀ। ਫਿਰ ਵੱਡਾ ਉੱਥੇ ਬਣਿਆ ਜਿਹੜਾ ਆਪਣਾ ਹਾਲ, ਉਹ ਬਾਬਾ ਜਗਤਾਰ ਸਿੰਘ ਜੀ ਨੇ ਬਣਾਇਆ ਸੀਗਾ, ਘਨੂਪੁਰ ਕਾਲਿਆਂ ਵਾਲਿਆਂ ਨੇ, ਜਿਹਨਾਂ ਨੂੰ ਕੁੱਲੀ ਵਾਲੇ ਕਹਿੰਦੇ ਸੀ, ਬਾਬਾ ਦਰਸ਼ਨ ਸਿੰਘ ਜੀ। ਉੱਥੇ ਫਿਰ ਇੱਟਾਂ ਢੋਣ ਦੀ ਵੀ ਸੇਵਾ ਇਲਾਕੇ ਦੇ ਕਰਦੇ ਹੁੰਦੇ ਸੀਗੇ। ਫਿਰ ਜਦੋਂ ਬਣ ਗਿਆ, ਉੱਥੇ ਲੰਗਰ ਪਾਣੀ ਦੀ ਸੇਵਾ ਵੀ ਕੀਤੀ। ਕੜੀ ਵੀ ਸਭ ਤੋਂ ਪਹਿਲਾਂ ਪਿੰਡ ਫਤਿਆਬਾਦ ਨੇ ਸ਼ੁਰੂ ਕੀਤੀ। ਮੈਂ ਸੇਵਾ ਦੀ ਗੱਲ ਕਰਦਾ ਕਿ ਜੇ ਅਸੀਂ ਉਸ ਵਕਤ ਆਟਾ ਗੁੰਨਦੇ ਸੀ ਤੇ ਕਹਿੰਦੇ ਸੀ ਇਹ ਜੀ, ਹੁਣ ਕਹਿੰਦੇ ਜੀ ਇਹ ਵੇਖੋ ਇਹ ਗਲਤ ਵਾ, ਹਨਾ। ਤੇ ਜਿਹੜੇ ਇਹ ਸੱਜਣ ਵਾ, ਹੁਣ 100 ਤਰ੍ਹਾਂ ਦੇ ਆਪਾਂ ਇਸ ਚੀਜ਼ਾਂ ਨੂੰ ਕਹਿੰਦੇ ਆ ਕਿ ਆਟਾ ਇਹ ਪੈਰਾਂ ਨਾਲ ਨਹੀਂ ਗੁੰਨਿਆ ਜਾਣਾ ਚਾਹੀਦਾ ਜੀ, ਇਹ ਬਹੁਤ ਆ, ਬੇਅਦਬੀ ਆ, ਜੂ ਆ ਸਾਡੇ ਕੋਲ ਹੋਈ। ਅਸੀਂ ਇਹਨਾਂ ਹੱਥਾਂ ਦੇ ਨਾਲ ਮਹਾਰਾਜ ਦੇ ਸਰੂਪ ਅੰਗੀਠਾ ਸਾਹਿਬ ਦੇ ਵਿੱਚ, ਮੈਂ ਅੱਜ ਨਹੀਂ ਕਈ ਵਾਰੀ ਕਹਿ ਚੁੱਕਾ ਕਿ ਸਾਨੂੰ ਲਾ ਦਿੰਦੇ ਸੀ ਬੱਚਿਆਂ ਨੂੰ, ਸੋਹਣੇ ਸਰੂਪ ਅਸੀਂ ਪਾੜ ਕੇ ਇੱਦਾਂ ਮਰੂੜ ਕੇ ਸੁੱਟੇ। ਜੇ ਮੈਂ ਝੂਠ ਬੋਲਦਾ ਹੋਵਾਂ ਤੇ ਮੈਂ ਕੀ ਕਵਾਂ ਹੁਣ ਤੁਹਾਨੂੰ। ਇਹੀ ਕੀਤੇ ਸਾਡੇ ਕੋਈ ਸੇਵਾ, ਅਸੀਂ ਸੇਵਾ ਕਰਕੇ ਕੀਤੀ। ਭਾਣ ਵੀ ਗਿਣਦੇ ਰਹੇ, ਸਿਰਫ ਭਾਣ ਹੀ ਹੁੰਦਾ। ਇਹ ਨੋਟ ਮੇਲੇ ਤੋਂ ਬਾਅਦ ਵੱਡੇ ਉਦੋਂ ਦੀ ਗੁਲਕ ਚੋਰ ਲੈ ਜਾਂਦੇ ਹੋਣਗੇ, ਸਾਨੂੰ ਨਹੀਂ ਦਿਖੇ। ਸਾਨੂੰ ਤਾਂ ਟਕੇ ਰੁਪਈਏ ਦਿਖਦੇ ਹੁੰਦੇ, ਛੋਟੇ ਜਿਹੜੇ ਉਹ ਟਕਾ ਹੋ ਗਿਆ, ਚਵਾਨੀ ਹੋ ਗਈ, ਮਤਲਬ ਹਨਾ ਇੱਦਾਂ ਦੇ, ਉਹ ਸੇਵਾ ਵੀ ਕੀਤੀ। ਅੱਜ ਜਿਹੜੇ ਇਹ ਪਾਠੀ ਸਿੰਘ ਲੰਗਰ ਜਾਂਦੇ ਨੇ ਮਹਾਰਾਜ ਦਾ, ਜਦੋਂ ਉੱਥੇ ਸੇਵਾ ਕਰਦੇ ਨੇ ਥੜਾ ਸਾਹਿਬ ਦੀ, ਉਹ ਦੁੱਧ ਇਹਨਾਂ ਦੇ ਪੈਰਾਂ ਨੂੰ ਨਹੀਂ ਲੱਗਦਾ, ਇਹਨਾਂ ਦੀ ਲੱਤਾਂ ਨੂੰ ਨਹੀਂ ਲੱਗਦਾ।
ਜਿਹੜਾ ਅੱਜ ਪ੍ਰਸ਼ਾਦ ਦੇ ਤੌਰ ਤੇ ਵਰਤਾਇਆ ਜਾਂਦਾ। ਫਿਰ ਕਿੱਥੇ ਜਾਵਾਂਗੇ ਅਸੀਂ? ਇਹਦਾ ਮਤਲਬ ਅਸੀਂ ਕਿਤੇ ਨਾ ਕਿਤੇ ਤੇ ਭਟਕੇ ਹੋਏ ਆ ਨਾ, ਸਾਡੀ ਕੌਮ ਕਿਤੇ ਨਾ ਕਿਤੇ ਤੇ ਭਟਕੀ ਹੋਈ ਆ ਨਾ। ਬਿਲਕੁਲ ਜੀ, ਬਿਲਕੁਲ ਬਿਲਕੁਲ ਠੀਕ ਹੈ ਜੀ। ਫਿਰ ਸੱਚਾਈ ਕਿੱਥੇ ਆ ਗਈ? ਫਿਰ ਸੁਚਮ ਤੇ ਬਾਬੇ ਨੇ ਕਹਿ ਸੁਚਮ ਤੇ ਹੈ ਨਹੀਂ, ਸੁਚਮ ਤੇ ਖਤਮ ਹੋ ਗਈ। ਤਰਕਣਾ ਕੋਈ ਵੀ ਗੱਲ ਕਰੇ ਪਲੀਜ਼ ਔਨ 에ਅਰ ਆ ਕੇ ਕਰ ਸਕਦੇ ਹੋ। ਵਰਲਡ ਵਾਈਡ ਨੰਬਰ ਲੈ ਲਓ 4167167794। ਇਸ ਵਿਸ਼ੇ ਤੇ ਕਿਸੇ ਨੇ ਵੀ ਗੱਲ ਕਰਨੀ ਹੋਵੇ ਆਪਾਂ ਹਾਜ਼ਰ। ਅਗਲੀ ਕਾਲ ਲੈ ਲੈਣੇ, ਲਾਈਨਾਂ ਸਾਰੀਆਂ ਫਲੈਸ਼ ਹੋ ਰਹੀਆਂ। ਹੈਲੋ ਦਿਲਬਾਗ ਜੀ, ਭੱਟੀ ਸਾਹਿਬ ਸਤਿਕਾਰ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਭੱਟੀ ਸਾਹਿਬ, ਤੁਹਾਡੇ ਕੋਲ ਬੜਾ ਖਜ਼ਾਨਾ ਜਾਣਕਾਰੀ ਬਹੁਤ ਆ। ਤੇ 65 ਤੇ 71-72 ਦੀ ਲੜਾਈ ਦੇ ਵਿੱਚ ਦੱਸਦੇ ਆ ਵੀ 3000 ਜਾਨਾਂ ਗਈਆਂ ਸਨ। ਤੇ ਉਸ ਤੋਂ ਬਾਅਦ 1978 ਦੇ ਵਿੱਚ ਜਿਹੜਾ ਨਿਰੰਕਾਰੀ ਕਾਂਡ ਹੋਇਆ, ਉਸ ਤੋਂ ਬਾਅਦ ਜਿਨ੍ਹਾਂ ਲੋਕਾਂ ਨੇ ਮਦਦ ਕੀਤੀ ਉਹਨਾਂ ਦਾ ਕਾਰਨ ਕਰਕੇ ਹੀ ਹਾਲਾਤ ਖਰਾਬ ਹੋਏ। ਫਿਰ 1984 ਦਰਬਾਰ ਸਾਹਿਬ ਤੇ ਅਟੈਕ ਹੋਇਆ, ਉਸੇ ਦਾ ਹੀ ਕਾਰਨ ਬਣਿਆ ਫਿਰ ਜਾ ਕੇ ਦੰਗੇ ਜਿਹੜੇ ਦਿੱਲੀ ਦੇ ਵਿੱਚ ਕਤਲੇਆਮ ਹੋਇਆ। ਇਹਦੇ ਵਿੱਚ ਟੋਟਲ ਕਿੰਨੀਆਂ ਕੁ ਜਾਨਾਂ ਗਈਆਂ ਜਿਹੜੀਆਂ ਕਿ ਕਿਹਦੇ ਕਾਰਨ ਕਰਕੇ, ਕਿੱਥੋਂ ਸ਼ੁਰੂ ਹੋਇਆ 1978 ਤੇ ਕਿੱਥੇ ਜਾ ਕੇ ਦਿੱਲੀ ਕੇ ਬਾਕੀ ਸਾਰੇ ਸ਼ਹਿਰਾਂ ਤੱਕ ਪਹੁੰਚਿਆ? ਤੇ ਇਹਦੇ ਬਾਰੇ ਜ਼ਰੂਰ ਕੋਈ ਡਾਟਾ ਸਾਡੇ ਨਾਲ ਸ਼ੇਅਰ ਕਰਿਓ। ਤੇ ਔਰ ਜਿਹੜੀ ਦਿਲਬਾਗ ਜੀ ਨੇ ਤੁਹਾਡੇ ਬੇਨਤੀ ਕੀਤੀ ਆ, ਇਹਨੂੰ ਸਾਰਿਆਂ ਵੱਲੋਂ ਪ੍ਰਵਾਨ ਕਰਦੇ ਹੋਏ ਜ਼ਰੂਰ ਕੋਈ ਕਿਤਾਬ ਰੂਪ ਦੇ ਵਿੱਚ ਇਹ ਖਜ਼ਾਨਾ ਸਾਰਿਆਂ ਨਾਲ ਸ਼ੇਅਰ ਕਰਿਓ। ਇਹ ਮੈਂ ਬੇਨਤੀ ਕਰਨੀ ਚਾਹੁੰਦਾ ਸੀ ਜੀ। ਸਤਿ ਸ਼੍ਰੀ ਅਕਾਲ। ਡੈਫੀਨੇਟਲੀ ਭੱਟੀ ਸਾਹਿਬ, ਦੁਨੀਆ ਕਿੰਨੀ ਛੋਟੀ ਆ। ਜੀ ਜੀ ਜੀ। ਮੇਰੇ ਇੱਕ ਮਿੱਤਰ ਨੇ ਸਰਦਾਰ ਜੀ, ਹਿੰਦੀ 'ਚ ਲਿਖਿਆ ਉਹਨਾਂ ਨੇ ਟੈਕਸਟ, ਦੇਖ ਸੁਣ ਕਿੱਥੇ ਰਹੇ ਨੇ, ਉਹ ਰੇਡੀਓ ਸੁਣ ਰਹੇ ਨੇ ਦੁਰਗ ਦੇ ਵਿੱਚ। ਇਹ ਦੁਰਗ ਕਿੱਥੇ ਆ ਜੀ? ਇਹ ਛੱਤੀਸਗੜ੍ਹ। ਜਦੋਂ ਮੈਂ ਗੱਲ ਕਰਦਾ ਨਾ ਕਿ ਕਿੱਥੇ ਕਿੱਥੇ ਲੋਕ ਸੁਣਦੇ ਨੇ, ਉਹ ਹਿੰਦੀ 'ਚ ਲਿਖਦੇ ਪਏ ਨੇ। आई थिंक मेरे क्लास फेलो के, मैं आम जीरो क्लास फेलो, अभी तेरे को रेडियो पे सुन रहा हूँ, अभी तू गोंदवाल साहब की बात कर रहा है जो मैं तेरे साथ होता था। आ हुणे मैसेज आया, जस्टिफाई करता जी मैं गल दे ये सच है। जस्टिफाई तो मैं जी गल कह रहा ना जी, जस्टिफाई तो उस वक्त दे लोग जे जींदे वो भी करनगे कि उत्थे आटा गुंदा रहा पैरां नाल। जी 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 जी। ਅੱਜ ਜੇ ਆਟਾ ਗੁੰਨ ਹੋ ਤੁਸੀਂ ਪੈਰਾਂ ਨਾਲ, ਤਾਂ ਕਹਿਣਾ ਵੀ ਸੁਚਮਤਾ ਨਹੀਂ ਗੀ ਜੀ। ਤੇ ਜਿਹੜੇ ਇਹ ਅੰਦਰ ਮਹਾਰਾਜ ਦੀ ਸੇਵਾ ਖੜਾ ਸਾਹਿਬ ਦੀ ਦੁੱਧ ਨਾ ਕਰਦੇ ਨੇ, ਤੇ ਉਹਨਾਂ ਦੇ ਪੈਰ ਵੀ ਤੇ ਪੈਰ ਹੀ ਆ। ਉਹ ਵੀ ਤਾਂ ਛੂ ਕਿਤੇ ਲਾ ਕੇ, ਜੁੱਤੀ ਲਾ ਕੇ, ਧੋ ਕੇ ਤੇ ਦੁਬਾਰਾ ਪਰਿਕਰਮਾ ਥਾਣੀ, ਤੇ ਫੇਰ ਹੀ ਉਹ ਹਰ ਕੀ ਪੌੜੀ ਉਸੇ ਆਪਣੇ ਜਿਹੜੀ ਆ ਉਹ ਦਰਬਾਰ ਸਾਹਿਬ ਪਹੁੰਚਦੇ ਆ ਨਾ। ਉਹ ਰਸਤੇ ਦੇ ਵਿੱਚ ਸਾਰਾ ਕੁਝ ਸੁਚਮ ਹੀ ਆ। ਜਿਹੜੀ ਕਾਰਪੇਟ ਵੀ ਵਿਛੀ ਆ ਉਹਦੇ ਤੇ 100 ਤਰ੍ਹਾਂ ਦਾ ਜੀਵ ਆ। ਤੇ ਬਾਣੀ ਤੇ ਕਹਿੰਦੀ ਪਹਿਲਾ ਬਾਣੀ ਤੇ ਸ਼ੁਰੂ ਇੱਥੋਂ ਕਹਿੰਦੀ ਆ, ਪਹਿਲਾ ਪਾਣੀ ਜੀਓ ਹੈ। ਬਾਣੀ ਕੀ ਕਰੋਗੇ ਤੁਸੀਂ? ਚਲੋ ਆਪਾਂ ਕਾਲ ਲੈ ਲੈਣ ਜੀ ਅਗਲੀ। ਤਾਂ ਮੇਰੇ ਵੀਰ ਜੀ ਖਿੰਡਾ ਸਾਹਿਬ, ਤੁਹਾਡਾ ਧੰਨਵਾਦ, ਸੁਣਨ ਵਾਸਤੇ ਬਹੁਤ ਬਹੁਤ ਸ਼ੁਕਰੀਆ ਵੀਰ। ਰੇਡੀਓ ਵੀ ਦੇਖ ਸਕਦੇ ਹੋ ਤੁਸੀਂ, ਦੋਸਤਾਂ ਮਿੱਤਰਾਂ ਨੂੰ ਵੀ ਕਿਹੋ। ਔਰ ਰੇਡੀਓ ਵੀ ਆਉਂਦਾ ਹੈ। ਹੁਣ ਤੁਸੀਂ ਹਿੰਦੀ 'ਚ ਲਿਖਿਆ, ਮੈਂ ਹਿੰਦੀ ਬੋਲਾਂ ਜਾਂ ਪੰਜਾਬੀ ਬੋਲਾਂ। ਰੇਡੀਓ ਦੇ ਨਾਲ TV ਵੀ ਆਉਂਦਾ ਲਾਈਵ। ਤੁਸੀਂ ਰੰਗਲਾ ਪੰਜਾਬ ਦਾ ਐਪ ਡਾਊਨਲੋਡ ਕਰ ਸਕਦੇ ਹੋ, ਔਰ ਰੰਗਲਾ ਪੰਜਾਬ ਦਾ ਐਪ ਡਾਊਨਲੋਡ ਕਰਕੇ ਸਾਨੂੰ ਤੁਸੀਂ ਸੁਣ ਤੇ ਦੇਖ ਸਕਦੇ ਹੋ। ਹਾਂਜੀ, ਨੈਕਸਟ ਕਾਲ। ਹੈਲੋ ਚਾਵਲਾ ਸਾਹਿਬ ਤੇ ਭੱਟੀ ਸਾਹਿਬ ਤੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ ਜੀ। ਸਤਿ ਸ਼੍ਰੀ ਅਕਾਲ ਜੀ। ਸਬਜੈਕਟ 2-3 ਤੁਸੀਂ ਸ਼ੁਰੂ ਟੱਚ ਕੀਤੇ। ਮੈਂ ਇੱਕ ਨਾ ਬੜੇ ਦਿਨਾਂ ਤੋਂ ਗੱਲ ਸੋਚਦਾ ਸੀ ਕਰਨ ਵਾਸਤੇ। ਮੈਂ ਕੁੜੀ ਹਰਿਮੰਦਰ ਸਾਹਿਬ ਗਿਆ, ਮੱਥਾ ਟੇਕਿਆ, ਸਾਰੇ ਪਾਸੇ ਇੱਧਰ ਉੱਧਰ ਮੈਂ ਕੋਸ਼ਿਸ਼ ਕੀਤੀ ਵੀ ਦੇਖਾਂ ਸਾਰਾ ਇਲਾਕਾ ਜਾ ਕੇ ਏਰੀਆ। ਤੇ ਜਾਂਦਾ ਮੈਂ ਜਿੱਥੇ ਉਹ ਹੱਥ ਲਿਖਤ ਆਪਣੇ ਬੀੜ ਸਾਹਿਬ ਪਏ ਨੇ ਉਧਰ ਨੂੰ ਚਲਾ ਗਿਆ। ਉੱਥੇ ਮੈਂ ਦੇਖਿਆ ਤੇ ਉਹ ਕੁਝ ਬੰਦੇ ਉੱਥੇ ਬੈਠ ਕੇ ਪੜ੍ਹ ਰਹੇ ਸੀ, ਜਿਹੜੀ ਹੱਥ ਲਿਖਤ ਵੱਡੇ ਸਾਰੇ ਡੰਡੀ ਬੀੜ। ਤੇ ਉੱਥੋਂ ਗਾਂਹ ਜਾ ਕੇ ਮੈਂ ਇੱਕ ਪਾਸੇ ਨੂੰ ਚਲਾ ਗਿਆ। ਮੈਨੂੰ ਅੱਜ ਤੱਕ ਨਹੀਂ ਪਤਾ ਲੱਗਿਆ ਮੈਂ ਉਧਰ ਨੂੰ ਕਿੱਦਾਂ ਗਿਆ।
ਉੱਥੇ ਮੈਂ ਦੇਖਿਆ ਕਿ ਜਿਹੜੀ ਜਲਦਬੰਦੀ ਹੁੰਦੀ ਹੈ ਆਪਣੇ ਬੀੜ ਸਾਹਿਬ ਦੀ, ਉਹ ਏਰੀਆ ਸੀਗਾ। ਮੈਨੂੰ ਅੱਜ ਤੱਕ ਨਹੀਂ ਪਤਾ, ਮੈਨੂੰ ਐਂ ਲੱਗਦਾ ਜੇ ਮੈਂ ਸੁਪਨਾ ਦੇਖਿਆ ਹੋਵੇ। ਕਿਹੜੇ ਸਾਲ ਦੀ ਗੱਲ ਕਰਦੇ ਹੋ? ਮੈਂ ਗੱਲ ਕਰਦਾ ਕੋਈ 73-74 ਦੀ। ਅੱਛਾ, ਹੋ ਸਕਦਾ। ਮੈਂ ਉਦੋਂ ਇੰਜੀਨੀਅਰਿੰਗ ਕਰਦਾ ਸੀ ਫਰੀਦਕੋਟ, ਤੇ ਮੈਂ ਫਰੀਦਕੋਟ ਤੋਂ ਵਾਪਸ ਆ ਰਿਹਾ ਸੀ ਪਿੰਡ ਨੂੰ, ਗੁਰਦਾਸਪੁਰ ਮੇਰਾ ਪਿੰਡ ਹੈ। ਤੇ ਉੱਥੇ ਰਸਤੇ 'ਚ ਚਲੋ ਹੁੰਦਾ ਵੀ ਜਦੋਂ ਅੰਮ੍ਰਿਤਸਰ ਦੇ ਵਿੱਚੋਂ ਲੰਘਣਾ ਤੇ ਮੱਥਾ ਟੇਕ ਜਾਈਏ। ਜਿਹੜਾ ਅੰਮ੍ਰਿਤਸਰ ਗਿਆ ਉਹ ਦਰਬਾਰ ਸਾਹਿਬ ਨਹੀਂ ਗਿਆ, ਤੇ ਫਿਰ ਉਹਨੂੰ ਲਾਹਨਤਾਂ ਪੈਂਦੀਆਂ ਹੁੰਦੀਆਂ ਸੀ ਦਰਬਾਰ ਸਾਹਿਬ ਜਾ ਆਇਆ। ਹਾਂਜੀ ਬਿਲਕੁਲ, ਮੈਂ ਉਹੀ ਗੱਲ ਕਰਨ ਲੱਗਾ ਸੀ। ਤੇ ਮੈਂ ਉੱਥੇ ਇੱਕ ਦੇਖਿਆ ਵੀ ਜਿੱਥੇ ਬੀੜ ਸਾਹਿਬ ਬੰਨ੍ਹਦੇ ਪਏ ਸੀ ਨਾ ਜਲਦਾ, ਇੱਕ ਨੌਜਵਾਨ ਉੱਠਿਆ ਇੱਕ ਪਾਸਿਓਂ, ਤੇ ਜਿੱਥੇ ਉਹ ਪੱਤਰੇ ਪਏ ਸੀ, ਖਿਲਰੇ ਪਏ ਸੀ ਉਸ ਕਮਰੇ ਦੇ ਵਿੱਚ, ਔਰ ਉਹ ਮੁੰਡਾ ਨੌਜਵਾਨ ਪੈਰ ਰੱਖ ਕੇ ਉਹਨਾਂ ਪੱਤਰਿਆਂ ਦੇ ਉੱਤੋਂ ਲੰਘ ਕੇ ਤੇ ਬਾਹਰ ਨੂੰ ਚਲਾ ਗਿਆ। ਮੇਰੇ ਵਾਸਤੇ ਤੇ ਬੜੀ ਅਜੀਬ ਗੱਲ ਲੱਗੀ ਮੈਨੂੰ, ਤੇ ਮੈਨੂੰ ਅੱਜ ਤੱਕ ਸਮਝ ਨਹੀਂ ਆਈ ਕਿ ਮੈਂ ਉਹ ਸੁਪਨਾ ਦੇਖਿਆ ਸੀਗਾ ਕਿ ਜਾਂ ਇਹ ਸੱਚੀ ਗੱਲ ਸੀ। ਫਿਰ ਮੈਂ ਜਾ ਕੇ, ਮੇਰੇ ਬਾਬਾ ਜੀ ਦੇ ਬ੍ਰਦਰ ਸੀਗੇ, ਉਹ ਬਹੁਤ ਅੱਛੇ ਸਿੱਖ, ਬਹੁਤ ਵਧੀਆ ਇਨਸਾਨ, ਘਰ ਬੀੜ ਸਾਹਿਬ ਰੱਖੇ ਹੋਈ ਸੀ, ਸਵੇਰ ਸ਼ਾਮ ਮਤਲਬ ਪਾਠ ਕਰਨਾ, ਬੜੇ ਅੱਛੇ ਇਨਸਾਨ ਸਨ। ਮੈਂ ਉਹਨਾਂ ਨੂੰ ਜਾ ਕੇ ਇਹ ਗੱਲ ਪੁੱਛੀ, ਮੈਂ ਕਿਹਾ ਵੀ ਬਾਬਾ ਜੀ ਆਹ ਕੀ ਗੱਲ ਹੋਈ ਹੈ, ਏਦਾਂ ਮੈਂ ਕੋਈ ਦੇਖਿਆ ਕੋਈ ਨਜ਼ਾਰਾ ਤੇ ਕੀ ਹੈਗਾ ਇਹ? ਉਹ ਮੈਨੂੰ ਕਹਿਣ ਲੱਗੇ ਕਿ ਇਹ ਤੇ ਜਦੋਂ ਤੁਸੀਂ ਉੱਥੋਂ ਬੀੜ ਸਾਹਿਬ ਲੈ ਕੇ ਆਉਂਦੇ ਹੋ, ਸੇਵਾ ਜਿਹੜੀ ਉਹ ਤੁਹਾਡੇ ਹੱਥ 'ਚ ਹੈ ਵੀ ਤੁਸੀਂ ਕਿੱਦਾਂ ਕਰਨੀ। ਇਹ ਜਿਹੜੀ ਉਹ ਬੰਦਿਆਂ ਨੇ ਉਹ ਜਿਹੜੇ ਕੰਮ ਉੱਥੇ ਕਰਦੇ ਪਏ ਆ, ਸ਼ਾਇਦ ਉਹਨਾਂ ਨੂੰ ਇਸ ਗੱਲ ਦੀ ਮਹੱਤਤਾ ਦਾ ਪਤਾ ਹੀ ਨਹੀਂ ਹੈ। ਮੈਂ ਅੱਜ ਤੱਕ ਮਤਲਬ ਮੈਂ ਬਹੁਤ ਵਾਰੀ ਸੋਚਿਆ ਤੁਹਾਡੇ ਪ੍ਰੋਗਰਾਮ 'ਚ ਮੈਂ ਇਸ ਗੱਲ ਨੂੰ ਡਿਸਕਸ ਕਰਾਂ, ਤੇ ਅੱਜ ਮੈਂ ਸੋਚਿਆ ਮੈਂ ਯਾਰ ਸਬਜੈਕਟ ਤੁਸੀਂ ਉਹ 84 ਦਾ ਵੀ ਕਰ ਦਿੱਤਾ, ਉਹ ਦੂਜੀ ਵੀ ਇੱਕ ਹੋਰ ਵੀ ਗੱਲ ਕੀਤੀ। ਮੈਂ ਹੁਣ ਕਿੰਨੇ ਸਬਜੈਕਟ ਗੱਲ ਤੇ ਕਰ ਨਹੀਂ ਸਕਦੇ, ਮੈਂ ਵੀ ਅੱਜ ਮੈਂ ਇਹ ਗੱਲ ਜ਼ਰੂਰ ਸਾਂਝੀ ਕਰਾਂ ਕਿ ਇਹ ਬੰਦੇ ਜਿੱਥੇ ਉੱਥੇ ਕਹਿੰਦੇ ਆਪਾਂ ਬੇਅਦਬੀ ਹੋ ਗਈ ਜੀ, ਬੇਅਦਬੀ ਹੋ ਗਈ, ਤੇ ਜਿੱਥੇ ਉਹ ਜਲਦਾਂ ਬੰਨ੍ਹਦੇ ਨੇ ਮਤਲਬ ਨਹੀਂ। ਵੇਖੋ ਗੱਲ ਤੁਸੀਂ ਜਿਹੜੀ ਗੱਲ ਕੀਤੀ ਆ ਉਹ ਮੈਂ ਤੁਹਾਡੇ ਨਾਲ ਬਿਲਕੁਲ 100% ਸਹਿਮਤ ਹਾਂ। ਪਹਿਲੀ ਵਾਰ ਆ ਜਿਹੜੀ ਮੈਂ ਤੁਹਾਡੇ ਨਾਲ ਸਹਿਮਤ ਆ ਜਿਹੜੇ ਕਾਂਗਰਸੀ ਹੋਣ ਦੇ ਨਾਤੇ, ਵੀ ਤੁਸੀਂ ਸੁਪਨਾ ਦੇਖਿਆ ਜਾਂ ਤੁਸੀਂ ਸਹੀ ਦੇਖਿਆ। ਹੁਣ ਇਹ ਨਹੀਂ ਤੁਸੀਂ ਦੁਬਿਧਾ 'ਚ ਪਾਤਾ। ਹੁਣ ਦੁਬਿਧਾ ਦੇ ਵਿੱਚ ਮੈਂ ਵੀ ਹੈ ਤੇ ਪੱਟੀ ਸਾਹਿਬ ਵੀ ਹੈ ਤੇ ਲਿਸਨਰ ਵੀ ਆ, ਤੇ ਥੱਲੇ ਦੇਖਿਆ ਤੇ ਅੱਖੀ ਆ। ਮੈਂ ਸੋਚਦਾ ਵੀ ਏਦਾਂ ਕਿੱਦਾਂ ਹੋ ਸਕਦਾ, ਕਿੱਦਾਂ ਮਤਲਬ ਇਹ ਚੀਜ਼ ਹੋ ਸਕਦੀ। ਦੇਖਿਆ ਤੇ ਅੱਖੀ ਆ, ਮੈਂ ਤਾਂ ਹੁਣ ਤੱਕ ਮੈਨੂੰ ਯਾਦ ਹੈ ਇਹ 73-74 ਦੀ ਗੱਲ ਹੈ, ਤੇ ਮੈਂ ਇਹ ਦੇਖਿਆ ਤੇ ਮੈਂ ਅੱਖੀ ਆ। ਮੈਂ ਘਰ ਜਾ ਕੇ ਦੱਸਿਆ ਨਾ ਵੀ ਮੈਂ ਆਪਣੇ ਬਾਬਾ ਜੀ ਦੇ ਬ੍ਰਦਰ ਸੀਗੇ, ਉਹਨਾਂ ਨਾਲ ਮੈਂ ਡਿਸਕਸ ਕੀਤਾ। ਬਾਬੂ ਬਹੁਤ ਸਿਆਣੇ ਬੰਦੇ ਸੀ, ਉਹ ਕਹਿੰਦੇ ਵੀ ਨਹੀਂ ਇਹ ਏਦਾਂ ਹੁੰਦਾ ਕਿ ਜਿਹੜੀ ਤੁਸੀਂ ਜਦੋਂ ਲਿਆਉਂਦੇ ਆ ਬੀੜ ਸਾਹਿਬ ਘਰ ਤੇ ਸੇਵਾ ਤੁਸੀਂ ਘਰ ਆ ਕੇ ਕਰਨੀ ਆ, ਉਹ ਜਿਹੜੀ ਆ ਉਹਦਾ ਫਲ ਵੱਖਰਾ ਆ। ਪਹਿਲੀ ਗੱਲ ਤੇ ਇਹ ਆ ਕਿ ਮੈਂ ਤੁਹਾਡੇ ਨਾਲ ਹੁਣ ਮੈਨੂੰ ਉਦੋਂ ਉਸ ਵਕਤ ਹੱਥ ਲਿਖੀ ਜਾਂਦੀ ਸੀਗੀ ਬੀੜ ਸਾਹਿਬ ਜਾਂ ਪ੍ਰਿੰਟ ਹੁੰਦੀ ਸੀਗੀ? ਨਹੀਂ ਪ੍ਰਿੰਟਡ ਸੀ, ਉਹ ਪ੍ਰਿੰਟਡ ਸੀ। ਓਕੇ, ਪ੍ਰਿੰਟਡ ਤਾਂ ਕੱਟੀ ਨਹੀਂ ਜਾ ਸਕਦੀ। ਪਹਿਲੀ ਗੱਲ ਤੇ ਪ੍ਰਿੰਟਡ ਓਨੀ ਹੋਣੀ, ਉਹ ਕੱਟੀ ਉਹਦੀਆਂ ਜਿਹੜੀਆਂ ਜਿਹੜੀਆਂ ਉਹਦੇ ਜਿਹੜੀ ਸਾਈਡਾਂ ਤੋਂ ਕਾਤਰਾਂ ਜਿਹੜੀਆਂ ਕੱਟਦੇ, ਜਿਹੜਾ ਲਾਈਨਿੰਗ ਕੀਤੀ ਹੁੰਦੀ ਆ ਹਨਾ। ਹਾਂ ਉਹਦੇ ਵਿੱਚ ਜਿਲਦਾ ਬਣ ਰਹੇ ਸੀ, ਨਹੀਂ ਜਿਲਦਾ ਬਣ ਰਹੇ ਨਾ, ਉਹਦੇ ਵਿੱਚ ਲਾਈਨਿੰਗ ਹੁੰਦੀ ਆ। ਲਾਈਨਿੰਗ ਸਾਰ ਵੇਲੇ ਕਟਿੰਗ ਹੋ ਰਹੀ ਆ, ਉਹਦੇ ਤੇ ਮਹਾਰਾਜ ਦੀ ਬਾਣੀ ਦਰਜ ਹੈ ਹੀ ਨਹੀਂ। ਉਹ ਨਹੀਂ ਮੈਨੂੰ ਪਤਾ, ਮੈਂ ਤਾਂ ਪਤਾ ਨਹੀਂ ਨਾ। ਹੁਣ ਤੁਸੀਂ ਜਿਹੜੇ ਬੰਦੇ ਨਾਲ ਗੱਲ ਕਰ ਰਹੇ ਹੋ, ਮੈਂ ਪ੍ਰਿੰਟਿੰਗ ਪ੍ਰੈਸ ਚੱਲਦੀ ਹੋਈ ਦੇਖੀ ਆ ਨਾ। ਮੈਂ ਪ੍ਰਿੰਟ ਹੋਏ ਸੀਗੇ, ਜਿਹੜੀ ਪ੍ਰਿੰਟਿੰਗ ਪ੍ਰੈਸ ਚੱਲਦੀ ਆ ਉਹਦੇ ਵਿੱਚ ਜਦੋਂ ਆਪਾਂ ਕਿਸੇ ਚੀਜ਼ ਨੂੰ ਲੈਸ ਕਿ ਫੋਰ ਐਗਜ਼ਾਮਪਲ ਆਪਾਂ ਸ਼ੁਰੂ ਕੀਤਾ ਇੱਥੋਂ, ਆ ਇੱਕ ਚੀਜ਼ ਬਣਾਤੀ, ਇੱਧਰ ਬਣਾਤੀ ਹਨਾ ਜੀ, ਤੇ ਇੱਥੋਂ ਆਪਾਂ ਏਕ ਓਂਕਾਰ ਸ਼ੁਰੂ ਕੀਤਾ, ਇੱਥੋਂ ਤੱਕ ਆ ਗਏ, ਆਹ ਜਗ੍ਹਾ ਖਾਲੀ ਆ, ਪ੍ਰਿੰਟਿੰਗ ਨੇ ਉਹਨੂੰ ਕੱਟਣਾ, ਤੇ ਆਹ ਚੀਜ਼ ਤੇ ਮਹਾਰਾਜ ਦੀ ਬਾਣੀ ਹੈ ਹੀ ਨਹੀਂ, ਉਹ ਤਾਂ ਖਾਲੀ ਪੇਪਰ ਆ। ਮੈਂ ਦੱਸਦਾ ਜਿਹੜੀ ਗੱਲ ਕਹਿ ਰਹੇ ਹੋ ਠੀਕ ਕਹਿ ਰਹੇ ਨੇ, ਨਹੀਂ ਠੀਕ ਕਹਿ ਰਹੇ ਨੇ, ਬਿਲਕੁਲ ਸਹੀ। ਪਰ ਜੇ ਗੱਲ ਇਹ ਹੈਗੀ ਆ ਵੀ ਪਹਿਲਾਂ ਹੁੰਦਾ ਸੀ ਛਾਪਾਖਾਨਾ। ਛਾਪਾਖਾਨਾ ਹੁੰਦਾ ਸੀ ਗੁਰੂ ਰਾਮਦਾਸ ਸਾਹਿਬ ਦੇ ਨਾਲ। ਤੁਸੀਂ ਦਰਬਾਰ ਸਾਹਿਬ ਤੋਂ ਬਾਹਰ ਨਿਕਲੋ, ਸਭ ਤੋਂ ਪਹਿਲਾਂ ਤੁਹਾਨੂੰ ਛਾਪਾਖਾਨਾ ਦਿਖਾਈ ਦਿੰਦਾ। ਹਾਂਜੀ। ਅੱਜ ਕੱਲ੍ਹ ਗੁਰੂ ਗ੍ਰੰਥ ਸਾਹਿਬ ਪਹੁੰਚ ਛਪਾਈ ਆ, ਆਫਸੈਟ ਮਸ਼ੀਨ ਤੋਂ ਲੱਗੀ, ਉੱਥੇ ਲੱਗੀ ਆਪਣੇ ਸ਼ਹੀਦਾਂ ਦੀ, ਬਾਬਾ ਸ਼ਹੀਦਾਂ ਜੀ ਦੇ ਗੁਰਦੁਆਰਾ ਸਾਹਿਬ ਰਾਮ ਸਾਹਿਬ ਉੱਥੇ ਲੱਗੀ ਹੈ। ਇਹ ਗੱਲ ਠੀਕ ਕਹਿ ਰਹੇ ਵੀ ਉਦੋਂ ਇੱਕ ਜਿਹੜਾ ਸੀ ਪੇਜ ਛਾਪਿਆ ਜਾਂਦਾ ਸੀ, ਉਹ ਰੱਖਿਆ ਜਾਂਦਾ ਸੀ, ਉਹ ਰੱਖ ਕੇ ਸਾਈਡ ਤੇ ਰੱਖੀ ਜਾਂਦੇ ਸੀ, ਰੱਖੀ ਜਾਂਦੇ ਇੱਕ ਛਾਪਿਆ ਜਾਂਦਾ ਸੀ, ਇਕੱਠੇ ਨਹੀਂ ਛਪਦਾ। ਜੇ ਹੁਣ ਛਪਦਾ ਉਦੋਂ ਨਹੀਂ ਸੀ ਗੱਲ ਦੇਖੀ। ਉਹਦੀ ਮੁੜ ਕੇ ਬਾਈਡਿੰਗ ਬੜੀ ਬੁਰੀ ਤਰ੍ਹਾਂ ਬਾਈਡਿੰਗ, ਅੱਜ ਬੜੀ ਬੁਰੀ ਤਰ੍ਹਾਂ ਬਾਈਡਿੰਗ ਹੁੰਦੀ। ਬਾਈਡਿੰਗ ਕਰਨ ਦਾ ਕੋਈ ਸਿਸਟਮ ਕੋਈ ਨਹੀਂ ਹੈਗਾ। ਉਹ ਵਿਅਕਤੀ ਵੇਖੋਗੇ ਜਿਹੜੀ ਹੈ ਵੀ ਹੈਰਾਨ ਹੈ ਵੀ ਇੱਦਾਂ ਬਾਈਡਿੰਗ ਕਰਦੇ। ਉਹ ਇਹ ਜਿਹੜੀ ਗੱਲ ਕਹਿ ਰਿਹਾ ਵੀ ਉਹ ਜਿਹੜੇ ਰਿਸ਼ੀ ਅੰਗ ਜਿਹੜੇ ਕਹਿੰਦੇ ਆਪਾਂ, ਅੰਗ ਜਿਹੜੇ ਸੀ ਕਈ ਵਾਰੀ ਹੁੰਦਾ ਕੋਈ ਵੇਸਟ ਹੁੰਦੇ ਆ।
ਜਿਹੜੇ ਮਤਲਬ ਕੋਈ ਗਲਤ ਹੋ ਜਾਂਦੇ, ਕੋਈ ਸ਼ਾਹੀ ਤੇ ਪੈ ਗਈ ਜਾਂ ਪੈ ਗਿਆ, ਉਹਨੂੰ ਕੱਢ ਕੇ ਪਾਸੇ ਕਰ ਦਿੰਦੇ। ਅੱਛਾ, ਪੋਸੀਬਿਲਿਟੀ ਆ ਵੀ ਉਹ ਅੰਗਲ ਤੇ ਉਹ ਬੰਦਾ ਪੈਰ ਤੇ ਚਲਾ ਗਿਆ ਹੋਵੇ, ਲੇਕਿਨ ਉਦੋਂ ਕੋਈ ਬੋਧ ਨਹੀਂ ਸੀ ਕਰਦਾ। ਜੋ ਦੀ ਗੱਲ ਕਰਦੇ ਆ ਨਾ, ਤੇ ਉਦੋਂ ਕੋਈ ਬੋਧ ਨਹੀਂ ਸੀ ਕਰਦਾ। ਬਹੁਤ ਵਧੀਆ ਗੱਲ ਕੀਤੀ। ਹੁਣ ਲੋਕੀ ਬਹੁਤ ਜ਼ਰੂਰ ਕਰਦੇ। ਨਹੀਂ ਵੇਖੋ ਹੁਣ ਸੁਚੇਤਤਾ ਵੀ ਆਈ ਨਾ, ਗੱਲ ਤੁਹਾਨੂੰ ਪਤਾ ਕਿ ਹੁਣ ਤੁਸੀਂ ਕਹਿੰਦੇ ਜਦੋਂ ਇੱਕ ਮਿੰਟ ਕਮਲ ਜੀ ਲੰਬੀ ਹੋ ਜਣੀ ਗੱਲ, ਜਦੋਂ ਤੁਸੀਂ ਪੱਟੀ ਸਾਹਿਬ ਕਹਿੰਦੇ ਹੋ ਕਿ ਸਰਨਾ ਬ੍ਰਦਰ ਸੁਣਦੇ ਨੇ, ਸਰਨਾ ਬ੍ਰਦਰ ਪ੍ਰਧਾਨ ਸੀ ਦਿੱਲੀ ਗੁਰਦੁਆਰਾ ਪ੍ਰਬੰਧਕ, ਭਾਨੂ ਪ੍ਰਕਾਸ਼ ਸਮਥਿੰਗ ਇਦਾਂ ਦਾ ਬੰਦਾ ਲਿਆਂਦਾ ਸੀ ਇਹਨਾਂ ਨੇ ਉਹ ਦੱਖਣ ਵਾਲੇ ਪਾਸਿਓਂ, ਤੇ ਉਹਨੂੰ ਇਹਨਾਂ ਨੇ ਏਸੀ ਰੂਮ ਦਿੱਤੇ ਸੀ ਤੇ ਕਰੋੜਾਂ ਰੁਪਈਆ ਉਸ ਵਕਤ ਦਿੱਤਾ ਸੀਗਾ ਸਰਲ ਭਾਸ਼ਾ ਦੇ ਵਿੱਚ ਮਹਾਰਾਜ ਦਾ ਸਰੂਪ ਲਿਖਣ ਵਾਸਤੇ। ਤੇ ਉਹ ਜਦੋਂ ਖਬਰ ਛਪੀ ਸੀ ਨਾ, ਤੇ ਉਦੋਂ ਹਿਰਦੇ ਬੜੇ ਬਲੂੰਦਰੇ ਗਏ ਸੀ। ਤੇ ਸਾਡੇ ਪਾਸ ਵੀ ਖਬਰ ਆਈ ਤੇ ਮੈਂ ਸਰਨਾ ਸਾਹਿਬ ਦੀ ਉਦੋਂ ਇੰਟਰਵਿਊ ਕੀਤੀ ਸੀ, ਬੜੀ ਤਿੱਖੀ ਇੰਟਰਵਿਊ, ਸ਼ਾਇਦ ਯਾਦ ਹੋਊਗੀ ਸਾਡੇ ਸਰੋਤਿਆਂ ਨੂੰ। ਉਹ ਨਾ ਕਟਿੰਗ ਮਹਾਰਾਜ ਦੇ ਜਿਹੜੇ ਅੰਗ ਸੀ ਨਾ, ਉਹਨਾਂ ਨੂੰ ਬਲੇਡ ਦੇ ਨਾਲ, ਮਹਾਰਾਜ ਦਾ ਜਿਹੜੇ ਸਰੂਪ ਆ ਉਹਨਾਂ ਨੂੰ ਬਲੇਡ ਦੇ ਨਾਲ ਲਗਾ ਮਾਤਰਾ ਇਹਨਾਂ ਨੂੰ ਕੱਟ ਰਿਹਾ ਸੀ, ਜਦੋਂ ਕਿ ਇਹ ਕਿਸੇ ਬੰਦੇ ਕੋਲ ਇਹ ਤਾਕਤ ਹੀ ਨਹੀਂ ਹੈਗੀ ਕਿ ਉਹ ਤੁਰਕੀ ਬਾਣੀ ਦੀ ਕੋਈ ਲਗ ਮਾਤਰ ਇੱਧਰ ਕਰਦੇ, ਉਹਨੂੰ ਸਰਲ ਭਾਸ਼ਾ ਦੇ, ਹਾਂ ਸਮਝਾਇਆ ਜਾ ਸਕਦਾ ਸਰਲ ਭਾਸ਼ਾ ਦੇ ਵਿੱਚ, ਉਹਦੀ ਵਿਆਖਿਆ ਕੀਤੀ ਜਾ ਸਕਦੀ ਹੈ ਸਰਲ ਭਾਸ਼ਾ ਦੇ ਵਿੱਚ, ਉਹਦਾ ਉਲੱਥਾ ਕੀਤਾ ਜਾ ਸਕਦਾ ਅਦਰ ਲੈਂਗੁਏਜ ਦੇ ਵਿੱਚ। ਮੇਰੇ ਖਿਆਲ ਉਹਨਾਂ ਨੇ ਇੱਥੋਂ ਤੱਕ ਕਰ ਦਿੱਤਾ ਸੀ, ਇੱਕ ਰੌਲਾ ਪਿਆ ਸੀ ਬਕਾਇਦਾ, ਤੇ ਉਹ ਮੈਂ ਵੀ ਆਲੋਚਨਾ ਕੀਤੀ ਸੀ, ਮੈਂ ਉਹਦੇ ਤੇ ਫਿਰ ਲਿਖਿਆ ਵੀ ਸੀ ਤੇ ਮੈਂ ਇਹਨਾਂ ਨੂੰ ਲਾਹਨਤ ਪਈ, ਪੰਜਾਬੀ ਨੂੰ ਲਾਹਨਤ ਪਾਈਆਂ ਸੀ ਇਹਨਾਂ ਨੂੰ। ਨਹੀਂ ਮੈਂ ਇੰਟਰਵਿਊ ਦੇ ਵਿੱਚ ਮੈਂ ਇੰਟਰਵਿਊ ਕੀਤੀ ਸੀ, ਸ਼ਾਇਦ ਸ਼ਰਮਾ ਸਾਹਿਬ ਯਾਦ ਹੋਊਗਾ, ਮੇਰੀ ਪੂਰੀ ਆਰਗੂਮੈਂਟ ਹੋਈ ਸੀ ਉਹਨਾਂ ਨਾਲ ਉਸ ਵਕਤ। ਮੇਰਾ ਖਿਆਲ ਇਹ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੀ ਸਫਾਈ ਹੋਈ ਹੈ, ਇਹ ਮੈਂ ਖਿਆਲ ਉਹਨਾਂ ਜ਼ਮਾਨੇ ਚ ਹੋਈ, ਯਾਦ ਹੈ ਤੱਕ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ। ਜੀ ਜੀ ਹਾਂਜੀ ਪੱਟੀ ਸਾਹਿਬ, ਤੁਸੀਂ ਆਪਣੇ ਕਮਲ ਜੀ ਤੁਸੀਂ ਕੁਝ ਗੱਲ ਕਹਿ ਰਹੇ ਸੀ, ਪਲੀਜ਼। ਮੈਂ ਕਹਿ ਰਿਹਾ ਸੀ ਜਿਹੜੇ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਪਹਿਲਾਂ ਤਾਂ ਹੁੰਦਾ ਸੀ ਨਾ, ਸਾਰਾ ਇੱਕ ਲਾਈਨ ਜੁੜੀ ਹੁੰਦੀ ਸੀਗੀ ਸਾਰੀ, ਪਰ ਜਦੋਂ ਬਾਅਦ ਵਿੱਚ ਜਿਹੜੇ ਅੱਖਰ ਵੱਖਰੇ ਵੱਖਰੇ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਛਪਾਈ ਹੋਈ ਹੈ, ਮੇਰੇ ਖਿਆਲ 70 ਤੋਂ ਬਾਅਦ ਹੀ ਹੋਈ ਹੈ। ਮੈਂ ਤਾਂ ਦੱਸ ਰਿਹਾ ਜੀ ਇੱਕ ਨਾ ਲੜੀਵਾਰ ਸਰੂਪ, ਹਾਂਜੀ ਲੜੀਵਾਰ ਕਿਨੂੰ ਜਿਹੜੇ ਨਾਲ ਜੁੜੇ ਹੁੰਦੇ ਸੀ, ਬਿਲਕੁਲ ਬਾਅਦ ਵੱਖਰੇ ਵੱਖਰੇ ਅੱਖਰ ਕੀਤੇ ਹੁੰਦੇ ਆ। ਜੀ ਕਮਲ ਜੀ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਵੈਰੀ ਮਚ। ਹੁਣ ਸੁਣਦੇ ਰਹੋ, ਹੁਣ ਕਾਂਗਰਸ ਦਾ ਥੋੜਾ ਬਹੁਤਾ ਤਵਾ ਲੱਗਦਾ ਰਹਿਣਾ ਅਗਲਾ। ਕੋਈ ਗੱਲ ਨਹੀਂ ਮਹਾਰਾਜ, ਅਸੀਂ ਇੱਥੇ ਬੈਠੇ ਹਾਂ, ਬੜਾ ਜਿਗਰਾ ਸਾਡੇ ਕੋਲ। ਨਹੀਂ ਜਿਗਰਾ ਤੇ ਤੁਹਾਡੇ ਕੋਲ ਤੁਹਾਡੇ ਜਿਹੜਾ ਜਗ੍ਹਾ ਤੇ ਕਿਸੇ ਕੋ ਹੋ ਨਹੀਂ ਸਕਦਾ। ਸੱਚਖੰਡ ਸ੍ਰੀ ਅਕਾਲ ਤਖਤ ਸਾਹਿਬ ਦਰਬਾਰ ਸਾਹਿਬ ਦੇ ਟੈਂਕਾਂ ਤੋਪਾਂ ਤੁਹਾਡੀ ਹਾਕਮ ਨੇ ਭੇਜਦਾ, ਇਹਦੋਂ ਵੱਡਾ ਜਿਗਰਾ ਹੋਰ ਕੀ ਹੋ ਸਕਦਾ ਤੁਹਾਡਾ? ਮੈਂ ਗੱਲ ਕਰਨੀ ਚਾਹੁੰਦਾ ਸੀ। ਨਹੀਂ ਇਹਦੋਂ ਵੱਡਾ ਜਿਗਰਾ ਹੋਰ ਕੀ ਹੋ ਸਕਦਾ? ਇਹਦੋਂ ਵੱਡਾ ਜਿਗਰਾ ਅੱਜ ਦਾ ਜਿਹੜਾ ਅਡਵਾਨੀ ਆ ਮਾਈ ਕੰਟਰੀ ਮਾਈ ਲਾਈਫ ਦੇ ਵਿੱਚ ਲਿਖਦਾ ਕਿ ਇੰਦਰਾ ਦੇ ਮੰਨਦੀ ਨਹੀਂ, ਅਸੀਂ ਦਿੱਤਾ ਉਹਨੂੰ ਪੂਰਾ ਜ਼ੋਰ ਪਾਇਆ। ਤਾਂ ਇਹ ਜਿਗਰੇ ਤੇ ਬਈ ਇਹਦੋਂ ਵੱਡਾ ਹੋਰ ਕਾਂਗਰਸ ਦਾ ਐਡੋ ਵੱਡਾ ਜਿਗਰਾ ਕੀ ਹੋ ਸਕਦਾ ਕਿ ਤਖਤ ਅਕਾਲ ਦਾ ਹੋਵੇ ਤੇ ਉਹਨੂੰ ਢਹਿ ਢੇਰੀ ਕਰਦੇ ਤੇ ਗੱਲ ਟੋਪਾਂ ਟੈਂਕਾਂ ਤੱਕ ਆ ਜਾਵੇ। ਇਹਦੋਂ ਵੱਡਾ ਤੁਹਾਡਾ ਜਿਗਰਾ ਹੋਰ ਕੀ ਹੋ ਸਕਦਾ? ਇਹ ਤਾਂ ਕਾਂਗਰਸੀ ਹੋ, ਜਿੱਥੇ ਮਰਜੀ ਭੱਜ ਲਓ, ਜਿੱਦਾਂ ਮਰਜੀ ਤੁਰੇ ਫਿਰੋ, ਜੋ ਮਰਜੀ ਕਹਿ ਲਓ, ਇਹ ਕਲੰਕ ਨਹੀਂ ਧੋ ਸਕਦੇ, ਸਾਰੀ ਉਮਰ ਨਹੀਂ ਧੋਤਾ ਜਾ ਸਕਦਾ। ਜਿਹੜੀ ਗੱਲ ਚਾਵਲਾ ਸਾਹਿਬ ਆਪਾਂ ਰੋਜ਼ ਕਰਦੇ ਆ ਨਾ, ਰੋਜ਼ ਸ਼ੁਰੂ ਚ ਕਰਦੇ ਰਿਹਾ ਕਿ ਬੀਜੇਪੀ ਕਦੀ ਗੋਲੀ ਤੇ ਨਹੀਂ ਕਿਹਾ, ਪਰ ਕਦੀ ਗੋਲੀ ਨਹੀਂ ਚਲਾਈ। ਉਹਨੇ ਕਿਹਾ ਸੀ ਕਿਸਾਨਾਂ ਸਖਤੀ ਨਹੀਂ ਕਰੇਗੀ। ਅੱਜ ਇੱਕ ਅਖਬਾਰ ਨੇ ਉਹਨੂੰ ਆਪਣੀ ਸੰਪਾਦਕੀ ਕੀਤਾ ਆਪਣੀ ਗੱਲ ਕਿ ਜਿਹੜੀਆਂ ਗਲਤੀਆਂ ਕਾਂਗਰਸ ਨੇ ਕੀਤੀਆਂ, ਇਹ ਬਾਣੀਏ ਪੁੱਤ ਨੇ ਗਲਤੀਆਂ ਬਿਲਕੁਲ ਨਹੀਂ ਕਰ ਰਹੇ। ਮੈਂ ਕਿਹਾ ਜੇ ਸੰਪਾਦਕੀ ਦੇਖੀ ਸਾਡੀ ਗੱਲ ਜਸਟੀਫਾਈ ਕਰਤੀ ਬੰਦੇ ਨੇ ਵੀ ਬਿਲਕੁਲ ਠੀਕ ਹੈਗੀ। ਹਾਂ ਜੇ ਕਾਂਗਰਸ ਹੁੰਦੀ ਸਖਤੀ ਵੀ ਹੋਣੀ ਸੀ, ਮੋਰਚਾ ਵੀ ਖਤਮ ਕਰਨਾ ਸੀ, ਗੋਲੀਆਂ ਵੀ ਸਭ ਕੁਝ ਚਲਾਉਣਾ ਸੀ, ਕਿਉਂਕਿ ਉਹਦਾ ਇਤਿਹਾਸ ਏਦਾਂ ਦਾ ਤੁਹਾਡੇ ਸਾਹਮਣੇ ਹੈਗਾ। ਭੱਟੀ ਸਾਹਿਬ ਜਦੋਂ ਗੱਲਾਂ ਖੁੱਲਦੀਆਂ ਨੇ ਤੇ ਬੜਾ ਕੋਈ ਖੁੱਲਦਾ। ਜੀ ਸਾਡੇ ਇੱਕ ਹੋਰ ਵੀਰ ਦਾ ਫੋਨ ਆ ਗਿਆ, ਟੈਕਸ ਆਇਆ ਵਾ, ਉਹ ਕੱਪੜੇ ਦੀ ਗੱਲ ਲੈ ਕੇ ਭੇਜੀ ਉਹਨੇ। ਅੱਛਾ ਕਹਿੰਦੇ ਮੈਂ ਜਾਣਦਾ ਨਹੀਂ 780 ਤੋਂ ਸ਼ੁਰੂ ਹੁੰਦਾ। ਭਾਜੀ ਆਪਣੇ ਫਤਿਹਾਬਾਦ ਦਾ ਇੱਕ ਸਿੰਘ ਹੁਣ ਰਿਟਾਇਰ ਹੋ ਗਿਆ, ਦੱਸਦਾ ਸੀ ਕਿ ਅੱਜ ਵੀ ਜਦੋਂ ਗੁੱਲ ਦੀ ਗਿਣਤੀ ਹੁੰਦੀ ਹੈ ਭਾਜੀ ਕਪੜਾ ਬਹੁਤ ਹੁੰਦਾ। ਮੇਰੇ ਤਾਂ ਹੌਕੇ ਹੀ ਨਿਕਲਦੇ ਨੇ। ਚਲੋ ਅਗਲੀ ਕਾਲ ਲੈ ਲੈਣੇ, ਫਿਰ ਆਪਾਂ ਵਾਈਂਡ ਅਪ ਕਰਾਂਗੇ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਜਸਵੀਰ ਸਿੰਘ ਭੱਟੀ ਜੀ, ਮੈਂ ਵੀ ਜਸਵੀਰ ਸਿੰਘ ਹੀ ਹਾਂ। ਜੀ ਜੀ ਅੱਛਾ
ਇਸ ਤਰ੍ਹਾਂ ਹੈਗਾ, ਮੈਨੂੰ ਹੁਣ ਹੋਲਡ 'ਚ ਮੈਂ ਬੜੀ ਦੇਰ ਤੋਂ ਆ। ਸੌਰੀ ਜੀ, ਕੀ ਮਦਦ ਕਈ ਸਵਾਲ ਮੇਰੇ ਹੈਗੇ ਸਵਾਲ ਤੁਹਾਡੇ ਲਈ ਭੱਟੀ ਸਾਹਿਬ। ਜੀ 10-12 ਸਵਾਲ ਨੇ ਮੇਰੇ, ਪਰ ਅੱਜ ਮੈਂ ਇੱਕ ਜਾਂ ਦੋ ਹੀ ਪੁੱਛੂੰਗਾ। ਅੱਜ ਇੱਕ ਪੁੱਛ ਲਓ, ਫਿਰ ਤੁਹਾਨੂੰ ਮਾਫੀ ਦੇ ਦਿਓ। ਚਲੋ ਇੱਕ ਪੁੱਛ ਲੈਂਦੇ ਆ, ਕਿਉਂਕਿ ਆਪਣਾ ਪ੍ਰੋਗਰਾਮ ਆ, ਜਿੱਦਾਂ ਕਹੋਗੇ ਉਦਾਂ ਕਰ ਲਾਂਗੇ। ਨਹੀਂ, ਮੈਂ ਸਵੇਰੇ 7 ਵਜੇ ਉੱਠਣਾ ਨਾ, ਤਾਂ ਕਰਕੇ। ਨਹੀਂ ਮੈਨੂੰ ਪਤਾ। ਗੁੱਡ ਮਾਰਨਿੰਗ ਸ਼ੋ ਵੀ ਹੋਣੀ। ਮੈਂ ਇੱਕ ਸਿੰਪਲ ਹੀ ਕੁਐਸਚਨ ਪੁੱਛ ਲੈਣਾ। ਦੁੱਧ ਬਾਰੇ ਤਾਂ ਮੈਂ ਮੋਟੇ ਤੌਰ ਤੇ ਇੱਕ ਮਾੜਾ ਜਿਹਾ ਕਮੈਂਟ ਕਰਨਾ ਚਾਹੁੰਦਾ। ਉਹਦੇ ਲਈ ਕਿ ਦੁੱਧ ਨੂੰ ਜਿਹੜੀ ਸਾਡੀ ਮੈਡੀਕਲ ਜਾਨੀ ਅੱਜ ਦੀ ਸਾਇੰਸ ਦੀ ਭਾਸ਼ਾ ਆ, ਉਹਦੇ ਮੁਤਾਬਕ ਉਹਨੂੰ ਮਾਸਾਹਾਰੀ ਮੰਨਿਆ ਜਾਂਦਾ ਕਿ ਦੁੱਧ ਨੂੰ ਵੈਜੀਟੇਰੀਅਨ ਨਹੀਂ ਆ, ਮਾਸਾਹਾਰੀ ਆ। ਉਹ ਇਸ ਕਰਕੇ ਗੱਲ ਲੰਮੀ ਹੋ ਜਾਣੀ। ਜੇ ਅੱਜ ਤੁਸੀਂ 에ਅਰਲਾਈਨ ਦੇ ਵਿੱਚ ਵੀ ਦੁੱਧ ਮੰਗੋ ਨਾ ਕਿ ਵੀ ਮੈਂ ਵੈਜੀਟੇਰੀਅਨ ਆ, ਤੇ ਉਹ ਸੋਇਆਬੀਨ ਦਾ ਮਿਲਕ ਲਿਆ ਕੇ ਦਿੰਦੇ ਆ, ਉਹ ਆ ਗਾਂ ਤੇ ਮੱਝ ਦਾ ਦੁੱਧ ਨਹੀਂ ਦਿੰਦੇ। ਵਾਹ। ਤੇ ਬਾਕੀ ਜਿਹੜੀ ਹੁਣ ਮੇਰਾ ਸਵਾਲ ਇਹ ਹੈਗਾ, ਜੋ ਹਰਮਿੰਦਰ ਸਾਹਿਬ ਦੀ ਮੈਨੂੰ ਨਾ ਕਾਫੀ ਦੇਰ ਤੋਂ ਨੋਟ ਕਰ ਰਿਹਾ, ਮੈਂ ਤੁਹਾਨੂੰ ਪੁੱਛਣਾ ਚਾਹੁੰਦਾ। ਪਹਿਲਾਂ ਹੀ ਇਹ ਮੈਂ ਪੁੱਛ ਲੈਣਾ, ਜਦੋਂ ਆਪਣੇ ਸਾਰੇ ਗੁਰੂ ਗ੍ਰੰਥ ਸਾਹਿਬ ਜਦੋਂ ਸਜਾਇਆ ਜਾਂਦਾ, ਫਿਰ ਉਹ ਆਪਾਂ ਸਾਰੇ ਉਹਨਾਂ ਦੇ ਸਮਝ ਲਓ ਵੀ ਰੁਮਾਲੇ ਤੇ ਉਹ ਕਿੰਨੀਆਂ ਲਹਿਰਾਂ ਉਹ ਹੈਗੀਆਂ ਨੇ। ਉਹ ਮਤਲਬ ਜੇ ਆਪਾਂ ਪੋਸ਼ਾਕ ਦੀ ਗੱਲ ਕਰੀਏ ਤੇ ਉਹ ਕੋਈ 50,000 60,000 ਲੱਖ ਰੁਪਈਏ ਵਾਲੀ ਵੀ ਹੋ ਸਕਦੀ ਆ। ਉਹ ਸਾਰਾ ਕੁਛ ਹੋ ਜਾਂਦਾ ਜਦੋਂ ਤਿਆਰ, ਤੇ ਉਹਦੇ ਉੱਪਰ ਇੱਕ ਪੋਲੀਥੀਨ ਦਾ 10 ਰੁਪਈਏ ਵਾਲਾ ਲੈ ਕੇ ਉਹਦੇ ਉੱਤੇ ਚਾੜ ਦਿੰਦੇ ਆ, ਤੇ ਉਹਦੇ ਉੱਪਰ ਫਿਰ ਫੁੱਲ ਗੇਂਦੇ ਦੇ ਜਿਹੜੇ 100 ਰੁਪਈਏ ਦੇ ਆਉਂਦੇ ਆ ਉਹ ਰੱਖ ਦਿੰਦੇ ਆ। ਜੇ ਅਸੀਂ ਗੁਰੂ ਸਾਹਿਬ ਨੂੰ ਬਿਠਾ ਕੇ ਉਹਨਾਂ ਨੂੰ ਇੰਨੀ ਵਧੀਆ ਪੋਸ਼ਾਕ ਐਡੀ ਮਹਿੰਗੀ ਪਵਾਈ ਆ, ਤੇ ਅਸੀਂ ਉੱਪਰ ਉਹਨਾਂ ਦੇ ਪੋਲੀਥੀਨ ਦਾ ਪਾਏਂਗੇ ਉਹ ਲਿਆ ਕੇ ਸ਼ੀਟ ਕਿ ਵੀ ਤੁਸੀਂ ਹੁਣ ਇਹਦੇ ਉੱਤੇ ਫਲਾਵਰ ਰੱਖਣੇ ਆ ਵੀ ਉਹ ਸ਼ੀਟ ਪੋਸ਼ਾਕ ਖਰਾਬ ਨਾ ਹੋ ਜਾਵੇ। ਵੀ ਜੇ ਤੁਸੀਂ ਫਲਾਵਰ ਉੱਥੇ ਰੱਖਣੇ ਹੀ ਆ ਤੇ ਆਲੇ ਦੁਆਲੇ ਗਮਲੇ ਰੱਖਦੇ ਹੋ ਵਧੀਆ, ਉਹ ਜੋ ਡਿਜ਼ਾਈਨ ਆ ਉਹ ਇੰਨੀ ਮਿਹਨਤ ਦੀ ਕਢਾਈ ਆ, ਇੰਨੀ ਮਹਿੰਗੀ ਉਹ ਹੈਗਾ ਸਾਰਾ, ਤੇ ਉਹਦਾ ਲੋਕਾਂ ਨੂੰ ਆਨੰਦ ਮਾਣਦੇ ਹੋ ਨਾ ਵੀ ਉਹ ਇੰਨਾ ਮਹਿੰਗੀ ਅਸੀਂ ਰੁਮਾਲਾ ਸਾਹਿਬ ਵਿਛਾਏ ਨੇ, ਤੇ ਅਸੀਂ ਤਾਂ ਗੁਰੂ ਦੀ ਪੋਸ਼ਾਕ ਹੀ ਸਮਝਾਂਗੇ ਨਾ ਵੀ ਗੁਰੂ ਸਾਹਿਬ ਨੂੰ ਸਵੇਰੇ ਲਿਆ ਕੇ ਸਾਰਾ ਤਿਆਰ ਕਰਕੇ ਆਪਾਂ ਸੰਗਤਾਂ ਦੇ ਸਾਹਮਣੇ ਪੇਸ਼ ਕੀਤਾ। ਤੇ ਜੇ ਗੁਰੂ ਸਾਹਿਬ ਸਿੱਧੇ ਬੈਠੇ ਹੋਣ ਤੇ ਅਸੀਂ ਏਦਾਂ ਕਰਾਂਗੇ, ਪੋਲੀਥੀਨ ਦੇ ਉਹਨਾਂ ਦੇ ਪਾਵਾਂਗੇ ਪਹਿਲਾਂ ਲਿਆ ਕੇ ਵੀ ਹੁਣ ਇਹਦੇ ਉੱਤੇ ਅਸੀਂ ਫਲਾਵਰ ਪਾਈਏ। ਮੈਂ ਕਹਿੰਦਾ ਵੀ ਇਹ ਤੁਸੀਂ ਨੋਟਿਸ 'ਚ ਲਿਆਓ ਉਹਨਾਂ ਦੇ ਵੀ ਇਹ ਬੰਦ ਕਰੋ। ਆਲੇ ਦੁਆਲੇ ਤੁਸੀਂ ਫਲਾਵਰ ਦੀ ਬਥੇਰੀ ਜਗ੍ਹਾ ਹੈਗੀ ਆ, ਜ਼ਰੂਰੀ ਤਾਂ ਨਹੀਂ ਉੱਥੇ 20 ਰੁਪਈਏ ਦਾ ਪੋਲੀਥੀਨ ਦੀ ਸ਼ੀਟ ਲਿਆ ਕੇ ਵਿਛਾ ਕੇ, ਨਾਲੇ ਉਹ ਵਿੱਚੋਂ ਉਹਦਾ ਨਾ ਕੋਈ ਕਲਰ ਨਜ਼ਰ ਆਉਂਦੇ ਨਾ ਕੋਈ ਡਿਜ਼ਾਈਨ ਨਜ਼ਰ ਆਉਂਦਾ। ਤੁਸੀਂ ਤਾਂ ਨੋਟ ਕੀਤਾ ਹੋਣਾ ਇਹਦੇ ਬਾਰੇ ਥੋੜਾ ਜਿਹਾ ਜੀ। ਪੱਟੀ ਸਾਹਿਬ ਵਾਈਂਡ ਅਪ ਕਰਾਂਗੇ, ਥੋੜਾ ਜਿਹਾ ਦੇ ਦਿਓ। ਇੱਕ ਕਾਲ ਹੋਰ ਲੈ ਲਈਏ, ਮੇਰੇ ਬੜੀ ਚੱਲਦੀ ਆ, ਫਿਰ ਆਪਾਂ ਇਹਨੂੰ ਵਾਈਂਡ ਅਪ ਕਰਨੇ। ਹੈਲੋ ਹਾਂਜੀ ਚਾਵਲਾ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਾਹਿਬ ਨੂੰ ਸਾਰੇ ਦੋਸਤਾਂ ਨੂੰ ਜੀ। ਜੀ ਚਾਵਲਾ ਜੀ ਮੈਨੂੰ 1 ਮਿੰਟ ਜ਼ਰੂਰ ਦਿਓ, ਮੈਂ ਵੱਧ ਨਹੀਂ ਲੈਂਦਾ। ਦੇਖੋ ਜਿਹੜੀ ਨਾ ਕਈ ਵਾਰੀ ਕਈ ਕਾਲਰ ਆਉਂਦੇ ਆ, ਚਲੋ ਉਹ ਸਵਾਲ ਕਰਦੇ ਆ, ਉਹਨਾਂ ਦੇ ਮਨ ਚ ਆਉਂਦਾ, ਹਰ ਬੰਦੇ ਨੂੰ ਹੱਕ ਆ ਨਾ, ਪਰ ਉਹਦੇ ਪਿੱਛੇ ਜਿਹੜੀ ਮਨਸ਼ਾ ਹੁੰਦੀ ਆ ਉਹ ਵੀ ਕਲੀਅਰ ਹੋ ਜਾਂਦੀ ਆ। ਤੁਸੀਂ ਉਚੇਚਾ ਉੱਤੇ ਧਿਆਨ ਜ਼ਰੂਰ ਮੇਰਾ ਵੀਰ ਦਿਆ ਕਰੋ, ਹਨਾ। ਹੁਣ ਪਹਿਲਾਂ ਇੱਕ ਭੈਣ ਜੀ ਦਾ ਸਵਾਲ ਸੀ ਵੀ ਚਲੋ ਉੱਥੇ ਦੁੱਧ ਨਾ ਕਿਉਂ ਧੋਂਦੇ ਆ, ਚਲੋ ਮੰਨ ਲਿਆ ਪੈਸੇ ਦਾ ਉਹਦਾ। ਮੈਂ ਵੀ 1-2 ਜਣਿਆਂ ਨੂੰ ਪੁੱਛਿਆ ਵਿਦਵਾਨਾਂ ਨੂੰ ਵੀ ਇਹ ਕਿਉਂ ਆ, ਉਹ ਕਹਿੰਦੇ ਇਹਦਾ ਸਾਇੰਟਿਫਿਕ ਇਫੈਕਟ ਹੈਗਾ ਆ ਵੀ ਉਹਦੇ ਨਾਲ ਜਿਹੜਾ ਥੱਲੇ ਇੱਕ ਤਾਂ ਸੰਗੇਮਰਮਰ ਦਾ ਪੱਥਰ ਆ ਉਹ ਖਰਾਬ ਨਹੀਂ ਹੁੰਦਾ, ਤੇ ਜਾਂ ਜਿਹੜਾ ਆਲੇ ਦੁਆਲੇ ਕੋਈ ਮੈਟਲ ਲੱਗਾ ਹੋਇਆ ਉਹ ਖਰਾਬ ਨਹੀਂ ਹੁੰਦਾ, ਹੋਰ ਕੋਈ ਨਹੀਂ ਚੱਕਰ। ਚਲੋ ਮੈਨੂੰ ਨਹੀਂ ਪਤਾ ਵੀ ਇਹ ਸਹੀ ਹੈ ਕਿ ਨਹੀਂ, ਚਲੋ ਉਹਨਾਂ ਦਾ ਖਦਸ਼ਾ ਵੀ ਜਾਇਜ਼ ਹੋ ਸਕਦਾ ਵੀ ਜੇ ਉਹਨਾਂ ਨੂੰ ਲੱਗਦਾ ਮਨਮਾਤਾ ਉਹਨਾਂ ਦੀ ਸ਼ਾਬਾਸ਼ ਹੈ ਵੀ ਉਹਨਾਂ ਨੇ ਕਿਹਾ ਵੀ ਇਹ ਬੰਦ ਹੋਣੀ ਚਾਹੀਦੀ ਹੈ। ਪਰ ਉਹਦੇ ਨਾਲ ਜਿਹੜੀ ਗੱਲ ਅਗਲੀ ਜੋੜੀ ਹੈ ਨਾ ਵੀ ਬੱਚਿਆਂ ਨੂੰ, ਚਾਵਲਾ ਜੀ ਕਿਹੜੇ ਬੱਚੇ ਨੂੰ ਨਾ ਕੀਤੀ ਜਾਂਦੀ ਆ ਉੱਥੇ ਵੀ ਇੱਥੋਂ ਦੁੱਧ ਨਹੀਂ ਮਿਲਣਾ ਜੇ ਕੋਈ ਕਿਸੇ ਦੇ ਪੀੜਾ ਹੋਏ ਤਾਂ, ਹਨਾ। ਇਹ ਜਿਹੜਾ ਮਗਰ ਵਾਲਾ ਕੰਮ ਆ ਨਾ, ਇਹ ਇੱਕ ਲੰਬਾ ਆ ਵੀ ਕਿਸੇ ਦੇ ਉਹ ਢਿੱਡ 'ਚ ਜਾਊਗਾ ਜਾਂ ਕੀ ਹੈ। ਉੱਥੇ ਕਹੋ ਤੁਸੀਂ ਜਿੱਥੇ ਲੰਗਰ ਨਹੀਂ ਲੱਗਦੇ, ਉੱਥੇ 2 ਲੱਖ ਬੰਦਾ ਰੋਜ਼ ਦਾ ਲੰਗਰ ਛਕਦਾ, ਤੇ ਉੱਥੇ ਜੇ 10 ਕਿਲੋ ਦੁੱਧ ਨਾਲ ਜੇ ਕੁਝ ਹੋ ਜਾਂਦਾ ਤਾਂ ਐਡੀ ਕੋਈ ਗੱਲ ਨਹੀਂ ਹੈਗੀ। ਨਹੀਂ, ਇੱਥੇ ਆ ਗਏ ਫਿਰ ਤੁਸੀਂ ਹੁਣ ਉਸੇ ਹੀ ਲਾਈਨ 'ਚ ਆ ਗਏ ਜਿਹੜੀ ਲਾਈਨ ਦੇ ਵਿੱਚ ਮੇਰੇ ਕੋਲ ਇਹੋ ਜਿਹਾ ਸਮਾਂ ਹੈ ਨਹੀਂ, ਕਿਉਂਕਿ ਮੈਂ ਸਵੇਰੇ 7 ਵਜੇ ਸ਼ੋਅ ਕਰਨਾ ਉੱਠ ਕੇ। ਇੱਕ ਮਿੰਟ ਬ੍ਰਦਰ ਇੱਥੇ ਸਟਾਪ, ਇੱਥੇ ਨਾ ਇੱਕ ਸਟਾਪ ਕੋਮਾ ਹੁੰਦਾ ਜੀ,
ਠੀਕ ਹੈ ਨਾ। ਕੌਮਾ ਇਹ ਆ ਕਿ ਜਿਹੜੀ ਗੱਲ ਭੈਣ ਜੀ ਨੇ ਕਹੀ, ਸਵਾਲ ਕੀਤਾ ਕਿ ਉਹ ਬੱਚਿਆਂ ਨੂੰ ਦਿੱਤਾ ਜਾ ਸਕਦਾ, ਠੀਕ ਹੈ। ਹਾਂਜੀ। ਦੂਜੀ ਗੱਲ, ਜੇ ਹੁਣ ਵੀਰ ਜੀ ਗੱਲ ਕਹਿ ਕੇ ਗਏ ਕਿ 50-50 ਲੱਖ ਦੇ ਵੀ ਮਹਾਰਾਜ ਨੂੰ ਜਿਹੜੇ ਰੁਮਾਲੇ ਆਪਾਂ ਚੜਾਉਂਦੇ ਆ ਨਾ, ਉਹਦੇ ਉੱਤੇ ਇੱਕ ਫੇਰ ਪਲਾਸਟਿਕ ਲੈ ਕੇ ਰੱਖ ਦਿੱਤੀ ਜਾਂਦੀ ਹੈ। ਤੇ ਉਹਦੇ ਉੱਤੇ ਪਹਿਲਾਂ ਤਾਂ ਮੈਂ ਕਹਿ ਦਵਾਂ ਕਿ ਮੇਰੇ ਮਨ ਦੇ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਸਤਿਕਾਰ ਹੈ ਨਾ, ਉਹ ਓਨਾ ਹੀ ਆ ਜਿੰਨਾ ਕਿਸੇ ਨੇ ਅੱਜ ਖੰਡੇ ਬਾਟੇ ਦੀ ਪਹੁਲ ਛਕੀ ਆ ਜਾਂ 100 ਸਾਲ ਪਹਿਲਾਂ ਛਕੀ ਆ, ਠੀਕ ਹੈ। ਇੱਕ ਗੱਲ ਇਹ ਨੋਟ ਕਰ ਲਿਓ, ਠੀਕ ਹੈ। ਦੂਜੀ ਗੱਲ, ਆਪਾਂ ਬਾਬਾ ਕੀ ਕਹਿੰਦਾ, ਬਾਣੀ ਕੀ ਕਹਿੰਦੀ ਆ, ਗੱਲ ਉਹਦੇ ਤੇ ਕਰਨੀ ਆ, ਠੀਕ ਹੈ। ਮਨਮਤ ਜਿਹੜੀ ਆ ਉਹਦੇ ਵਿਰੋਧ ਦੇ ਵਿੱਚ ਆ ਵੀ ਇਹ ਜਿਹੜੀਆਂ ਨੇ ਵਹਿਮਾਂ ਭਰਮਾਂ ਵਾਲੀਆਂ ਗੱਲਾਂ, ਜਿਹੜੀ ਤੁਸੀਂ ਕਹਤੇ ਵੀ ਜੇ ਦੁੱਧ ਦੇ ਨਾਲ ਧੋਣ ਦੇ ਨਾਲ ਸੰਗਮਰਮਰ ਖਰਾਬ ਨਹੀਂ ਹੁੰਦਾ, ਤੇ ਕੌਮ ਕੋਲ ਇੰਨਾ ਵੀ ਘਾਟਾ ਨਹੀਂ ਹੈਗਾ ਵੀ ਜੇ 10 ਬੰਦਿਆਂ ਦੀ ਤੁਸੀਂ ਕਹਿੰਦੇ ਕਿ ਉਹ ਜਿਹੜਾ ਦੁੱਧ ਬੱਚਿਆਂ ਨੂੰ ਮਨਾ ਨਹੀਂ ਕੀਤਾ ਜਾਂਦਾ, ਤੇ ਜੇ ਸੰਗਮਰਮਰ ਖਰਾਬ ਹੋ ਜੀ ਤੇ 50 ਲੱਖ ਦਾ ਇੱਕ ਵਾਰ ਮਹਾਰਾਜ ਨੂੰ ਪਹਿਰਾਵਾ ਪਾਇਆ ਹੋਇਆ ਜਿਹੜਾ ਦੁਬਾਰਾ ਰਿਪੀਟ ਹੋ ਕੇ ਤੇ ਵੱਡੀਆਂ ਵੱਡੀਆਂ ਗੋਗੜਾਂ ਥਣੀ ਆਉਂਦਾ। ਤੇ ਜੇ 5-7 ਸਾਲਾਂ ਬਾਅਦ ਕਾਰ ਸੇਵਾ ਜੇ ਸੰਗਮਰਮਰ ਦੀ ਕਰਨੀ ਪਊਗੀ ਨਾ, ਤੇ ਕਰ ਲਓ ਕਿ ਜਿੱਦਣ ਮਹਾਰਾਜ ਜੀ ਨੇ, ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ, ਗੁਰੂ ਰਾਮਦਾਸ ਮਹਾਰਾਜ ਜੀ ਨੇ ਜਿੱਦਣ ਇਹਦੀ ਨੀਂਹ ਰੱਖੀ ਸੀਗੀ, ਜਿੱਦਣ ਇਹ ਤੇ ਬਾਬਾ ਬੁੱਢਾ ਜੀ ਦੇ ਪਹਿਲੇ ਗ੍ਰੰਥੀ ਸਾਜੇ ਸੀ, ਉੱਥੇ ਸੰਗਮਰਮਰ ਨਹੀਂ ਸੀ ਲੱਗਾ। ਉਦਣ ਮਹਾਰਾਜ ਦੇ ਸਰੂਪ ਜਿਹੜੇ ਉੱਥੇ ਉਦਣ ਦਰਬਾਰ ਸਾਹਿਬ ਦੀ ਜਿਹੜਾ ਚਾਰ ਚਫੇਰਾ ਸੀਗਾ, ਉਹ ਅੱਜ ਨਾਲੋਂ ਕਈ ਗੁਣਾ ਉਦੋਂ ਪਿਛਕੇ ਵੇਖੋ, ਤੇ ਉਦਣ ਕੋਈ ਉਹਦੇ ਲੋਹੇ ਦੀਆਂ ਜੰਗਲੇ ਨਹੀਂ ਲੱਗੇ ਜਿਹੜੇ ਖਰਾਬ ਹੋ ਜਾਣੇ ਸੀ। ਉਦਣ ਇਹ ਚੀਜ਼ਾਂ ਨੂੰ ਆਪਾਂ ਨੂੰ ਗੌਰ ਕਰਨਾ ਪਊਗਾ, ਵਰਕ ਕਰਨਾ ਪਊਗਾ। ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹੋ ਜਾਂਦਾ ਜੀ, ਨੋ ਪ੍ਰੋਬਲਮ। ਚਲੋ ਅੱਜ ਅਸੀਂ ਸੋਨੇ ਦੇ ਬਾਲਟੇ ਰੱਖੇ ਹੋਏ ਨੇ, ਸੋਨੇ ਦੀਆਂ ਕਈਆਂ ਰੱਖੀਆਂ ਹੋਈਆਂ ਨੇ, ਤੇ ਕੀ ਉਸ ਵਕਤ ਸੋਨੇ ਦੇ ਬਾਲਟੇ ਸੋਨੇ ਦੀਆਂ ਕਈਆਂ ਨਹੀਂ ਸੀ ਲੈ ਸਕਦੇ ਮਹਾਰਾਜ? ਮੈਂ ਤੁਹਾਡੇ ਨਾਲ ਸਹਿਮਤ ਹਾਂ ਜੀ, ਠੀਕ ਆ। ਚਲੋ ਇਹ ਚਲੋ ਜਿਹੜੇ ਸਰੋਤੇ ਆ ਫੈਸਲਾ ਕਰ ਲੂਗੇ ਜੋ ਵੀ ਆ। ਤੇ ਮੈਂ ਦੂਜੀ ਗੱਲ, ਜਿਹੜੇ ਭਾਈ ਸਾਹਿਬ ਕਾਂਗਰਸ ਵਾਲੇ ਜਿਹੜੇ ਹੁਣ ਇਹ ਕਹਿ ਕੇ ਗਏ ਆ, ਤੁਸੀਂ ਉਹਨਾਂ ਦਾ ਸਵਾਲ ਵੀ ਨੋਟ ਕਰਿਓ। ਇੱਕ ਤਾਂ ਉਹ ਪਹਿਲਾਂ ਤਾਂ ਕਲੀਅਰ ਹੀ ਨਹੀਂ ਹੈਗੇ ਵੀ ਉਹਨਾਂ ਨੇ ਦੇਖਿਆ, ਵੇਖੋ ਉੱਥੇ ਤੇ ਮੈਂ ਉਹਨਾਂ ਨੂੰ ਘੇਰਿਆ ਨਾ, ਕਲੀਅਰ ਹੋਵੋ ਤੁਸੀਂ, ਸੁਪਨਾ ਦੇਖਿਆ, ਤੁਸੀਂ ਚੰਗਾ ਕੀਤਾ। ਪਰ ਉਹਨਾਂ ਦੀ ਵੀ ਅਗਲੀ ਮਨਸ਼ਾ ਦੇਖੋ, ਜਿਹੜਾ ਉਹਨਾਂ ਦੀ ਸਟੇਟਮੈਂਟ ਆ ਵੀ ਮੈਂ ਦੇਖਿਆ ਵੀ ਬੰਦਾ ਉਹਨਾਂ ਤੇ ਘੁੰਮਦਾ, ਤੇ ਜੇ ਕਿਤੇ ਹੋਰ ਹੋਈ ਵੇ ਅਸੀਂ ਕਿੰਨੇ ਬੇਅਦਬੀ ਹੋ ਗਈ, ਹਨਾ। ਸੋ ਇਹ ਉਸ ਚੀਜ਼ ਨੂੰ ਜੇ ਇਹ ਸਹੀ ਵੀ ਇਹਨਾਂ ਨੇ ਦੇਖਿਆ ਹੋਵੇ, ਜੇ ਇੱਕ ਬੰਦੇ ਨੇ ਉੱਥੇ ਕਿਸੇ ਨੇ ਮਨਮਤ ਕਰਤੀ, ਇਹਦਾ ਮਤਲਬ ਬਾਕੀ ਬੇਅਦਬੀਆਂ ਜਿਹੜੀਆਂ ਉਹ ਜਸਟੀਫਾਈ ਹੋ ਗਈਆਂ। ਤੁਸੀਂ ਦੇਖੋ ਨਾ ਉਹ ਕਿਹੜੇ ਟੋਨ 'ਚ ਗੱਲ ਕਰਦੇ ਆ, ਮਾੜਾ ਮੋਟਾ ਦੇਖਣਾ ਚਾਹੀਦਾ। ਇੱਕ ਮਿੰਟ ਮੈਂ ਕਮਲ ਹੁਣਾਂ ਨੂੰ ਜਾਣਦਾ ਨਹੀਂ, ਜਿੰਨਾ ਕੁ ਆਪਾਂ ਮੰਨਦੇ ਆ ਨਾ, ਉਹਨਾਂ ਕੁ ਸਿੱਖੀ ਨੂੰ ਉਹਨਾਂ ਉਹ ਵੀ ਪਰਨੋਏ ਹੋ ਸਕਦੇ ਆ, ਠੀਕ ਹੈ। ਪਾਰਟੀ ਲੈਵਲ ਤੇ ਬੰਦੇ ਹੁੰਦੇ ਨੇ, ਬੰਦੇ ਆਪਾਂ ਅੰਦਰ ਨਹੀਂ ਕਿਸੇ ਦੇ ਵੜ ਕੇ ਵੇਖ ਸਕਦੇ ਕਿ ਆਪਾਂ ਵੇਖੋ। ਮੈਂ ਹੁਣ ਤੁਹਾਨੂੰ ਦੱਸਦਾ ਜੀ, ਮੈਂ ਨਾਂ ਨਹੀਂ ਲੈਣਾ, ਪੱਟੀ ਸਾਹਿਬ ਨੂੰ ਪਤਾ, ਪੱਟੀ ਸਾਹਿਬ ਨੂੰ ਮੈਂ ਦੱਸਿਆ, ਮੈਂ ਰੇਡੀਓ ਤੇ ਵੀ ਆ ਕੇ ਬੋਲਿਆ ਸੀ, ਜੇ ਤੁਸੀਂ ਪੁਰਾਣੇ ਲਿਸਨਰ ਹੋ। ਮੈਨੂੰ ਪੜ੍ਹਨ ਦਾ ਸ਼ੌਂਕ ਆ ਤੇ ਮੈਂ ਕਿਤਾਬਾਂ ਲੈ ਕੇ ਆਉਣਾ, ਠੀਕ ਹੈ। ਮੇਰੇ 'ਚ ਇੰਨੀ ਹਿੰਮਤ ਸੀ ਤੇ ਮੈਂ ਕੰਮ ਕੀਤਾ ਸੀ। ਅੱਜ ਉਹ ਜਿੰਦਾ ਹੋਵੇ ਸੱਜਣ, ਤੇ ਸ਼ਾਇਦ ਉਦੋਂ ਤੱਕ ਆਡੀਓ ਪਹੁੰਚ ਜਾਂ ਵੀਡੀਓ ਪਹੁੰਚ ਜੇ ਤੇ ਮੇਰੇ ਸਾਹਮਣੇ ਆ ਜਾਵੇ। ਮੈਂ ਉੱਥੇ ਕਿਤਾਬਾਂ ਲੈਣ ਗਿਆ ਸੀ ਤੇ 2-3 ਕਿਤਾਬਾਂ ਮੈਨੂੰ ਇਹੋ ਜਿਹੀਆਂ ਦਿਖੀਆਂ, ਮਤਲਬ ਜਿਹੜੀਆਂ ਕਿ ਉੱਥੇ ਰੱਖੀਆਂ ਨਹੀਂ ਜਾ ਸਕਦੀਆਂ। ਇਹ ਦਰਬਾਰ ਸਾਹਿਬ ਦੀਆਂ ਦੁਕਾਨਾਂ ਦੇ ਸਾਹਮਣੇ ਵੀ ਮੇਰੀ ਆਰਗੂਮੈਂਟ ਹੋਈ ਉੱਥੇ ਵੀ, ਹਨਾ। ਮਤਲਬ ਉੱਥੇ ਵੀ ਮੈਂ ਉਹਨਾਂ ਨੂੰ ਪਿਆ ਟੁੱਟ ਕੇ, ਮੈਂ ਆਪਣੀ ਜਿੰਨੀ ਕੁ ਭੂਮਿਕਾ ਨਿਭਾ ਸਕਦਾ ਸੀ ਨਿਭਾਓ, ਮੇਰੇ ਨਾਲ ਵੇਖਣ ਬਾਊ ਜੀ ਤੁਸੀਂ ਬਾਊ। ਮੈਂ ਕਿਹਾ ਖਬਰਦਾਰ, ਜਿਹੜੀ ਮੇਰੀ ਗੱਲ ਕਰ, ਤੁਸੀਂ ਕਹਿੰਦੇ ਰੁਮਾਲਾ ਬੰਨ ਕੇ ਆਓ ਤੇ ਆਹ ਤੁਸੀਂ ਰੱਖਿਆ ਵਾ, ਇੱਥੇ ਗੰਦਗੀ ਰੱਖੀ ਆ ਤੁਸੀਂ, ਹਨਾ। ਇੱਕ ਕਿਤਾਬਾਂ ਤੁਸੀਂ ਕਿੱਥੇ ਰੱਖਤੀਆਂ ਇੱਥੇ? ਉਹਨੇ ਜੀ ਗਲਤੀ ਨਾਲ, ਮੈਂ ਇੱਕ ਗਲਤੀ ਨਾ ਹੁੰਦੀ ਹੈ ਕਿਤੇ ਲਾਈਨ ਪਈ ਹੈ, ਤੁਸੀਂ ਤੇ ਯੂ ਆਰ ਸੈਲਿੰਗ ਦਿਸ ਵਨ। ਭਾਜੀ ਮਹਾਰਾਜ ਦਾ ਸਰੂਪ ਲੈਣ ਵਾਸਤੇ ਉੱਥੇ ਸਰੂਪ ਵੇਚਦਾ ਸੀ ਬੰਦਾ, ਠੀਕ ਆ। ਉਸ ਦੁਕਾਨ ਦੀ ਪਰੰਪਰਾ ਆ ਕਿ ਪੈਰ ਤੁਸੀਂ ਨੰਗੇ ਨਾ ਜਾਣਾ, ਅੰਦਰ ਹੱਥ ਧਵਾਉਂਦੇ ਆ, ਰੁਮਾਲਾ ਨਹੀਂ ਹੈਗਾ ਤੇ ਬੰਨ ਕੇ ਜਾਓ। ਪੱਟੀ ਸਾਹਿਬ ਇੱਕ ਮਿੰਟ ਨਹੀਂ, ਭੂਮਿਕਾ ਵੀ ਨਿਭਾਉਣੀ ਚਾਹੀਦੀ ਆ। ਭੂਮਿਕਾ ਦੀ ਵੇਖੋ, ਹੁਣ ਤੁਸੀਂ 1 ਮਿੰਟ ਮੰਗਿਆ ਨਾ, ਸੁਣ ਲਓ ਗੱਲ ਤਾਂ ਸੁਣ ਲਓ ਵੀਰ ਜੀ, ਮੈਂ ਤੁਹਾਡੀ ਵੋਲਿਊਮ ਨਹੀਂ ਕੱਟ, ਗੱਲ ਤਾਂ ਸੁਣ ਲਓ ਗੱਲ ਤਾਂ ਸੁਣ ਲਓ। ਜੇ ਗੁਰੂ ਦਾ ਸਿੱਖ ਆ, ਜੇ ਗਲਤ ਹੁੰਦਾ ਤੇ ਉੱਥੇ ਟਿਕਾ ਕੇ ਤੁਸੀਂ ਆਪਣੀ ਭੂਮਿਕਾ ਵੀ ਨਿਭਾਓ। ਮੈਂ ਉੱਥੇ ਬੈਠਾ ਕਿਤਾਬਾਂ ਵੇਖਦਾ ਪਿਆ, ਠੀਕ ਆ ਜੀ। ਉੱਥੇ ਮਤਲਬ ਇੱਕ ਸੱਜਣ ਆਏ, ਉਹ ਸਿੰਧੀ ਸੀਗੇ, ਉਹ ਸੱਜਣ ਜੀ ਰੋਟੀ ਖਾ ਰਹੇ ਸੀਗੇ ਵੇਚਣ ਵਾਲੇ, ਉੱਥੇ ਬੈਠੇ ਆ। ਅੰਦਰ ਆਉਣਾ ਕਿਸੇ ਦਾ ਮਨਾ ਨਹੀਂ ਆ, ਜਿਹੜਾ ਮਰਜ਼ੀ ਜਾਵੇ। ਉਹ ਕਹਿੰਦੇ ਜੀ ਮਹਾਰਾਜ ਦਾ ਸਰੂਪ ਚਾਹੀਦਾ। ਕਹਿੰਦੇ ਜੀ ਕਿੱਦਾਂ ਦਾ ਚਾਹੀਦਾ? ਮੇਰੇ ਕੰਨ ਖੜੇ ਹੋ ਗਏ, ਕਿੱਦਾਂ ਦਾ ਮਹਾਰਾਜ ਦਾ ਸਰੂਪ ਚਾਹੀਦਾ? ਮਹਾਰਾਜ ਦਾ ਸਰੂਪ ਤਾਂ ਇੱਕੋ ਜਿਹਾ, ਲੈਮੀਨੇਟਰ ਚਾਹੀਦਾ ਜੀ, ਆਹ ਕਰਨਾ ਚਾਹੀਦਾ, ਉਹ ਕਰਨਾ ਚਾਹੀਦਾ। ਅੱਛਾ, ਉਦੋਂ ਜਦੋਂ ਉਹਨਾਂ ਨੇ
ਕਿਹਾ ਕਿ ਕਾਕਾ ਜੀ ਲਿਆਓ ਮਹਾਰਾਜ ਦੇ ਸਰੂਪ। ਉਹ 3 ਤਰ੍ਹਾਂ ਦੇ ਮਹਾਰਾਜ ਸਰੂਪ ਆ ਗਏ। ਉਹ ਸੱਜਣ ਖਾਂਦਾ ਪਿਆ ਸੀ ਪੂੜੀਆਂ ਛੋਲੇ ਤੇ ਲੱਗਾ ਉਦਾਂ ਹੀ ਮਹਾਰਾਜ ਦੇ ਸਰੂਪ ਨੂੰ ਹੱਥ ਫਾਉਣ ਤੇ ਇੱਦਾਂ ਬਾਹ ਫੜ ਲਈ ਸੀ ਮੈਂ ਉਹਦੀ, ਉੱਠ ਕੇ ਇੱਦਾਂ ਬਾਹ ਫੜ ਲਈ। ਮੈਂ ਕਿਹਾ ਮੇਰਾ ਦਿਲ ਤੇ ਕਰਦਾ ਤੇਰੇ 2 ਥੱਪੜ ਮਾਰਾਂ, ਪਰ ਮੈਂ ਤੇਰੀ ਦੁਕਾਨ 'ਚ ਬੈਠਾ। ਸਾਡੇ ਵਾਸਤੇ ਤੇ ਤੁਸੀਂ ਨਿਯਮ ਬਣਾਇਆ ਵੀ ਰੁਮਾਲਾ ਬੰਨ੍ਹ ਕੇ ਆਓ ਤੇ ਪੈਰ ਧੋ ਕੇ ਆਓ, ਤੇ ਆਹ ਤੂੰ ਝੂਠੇ ਹੱਥਾਂ ਦੇ ਨਾਲ ਮਹਾਰਾਜ ਦੇ ਸਰੂਪ ਨੂੰ ਹੱਥ ਲਾਉਣ ਲੱਗਾ। ਨਹੀਂ ਚਲੋ ਇਹ ਤੁਹਾਡੀ ਚਾਵਲਾ ਜੀ ਵੱਡਾ ਪੰਨ, ਇਹ ਮੈਂ ਆ ਕੇ ਬੋਲੀ ਵੀ ਸੀ ਏਰ ਤੇ ਮੈਂ ਕਿਹਾ ਤਾਈਓ ਮੈਂ ਉਹਨੂੰ ਇਹ ਗੱਲ ਕਹੀ, ਮੈਂ ਜੋ ਤੁਹਾਨੂੰ ਸਜ਼ਾ ਮਿਲੀ ਆ ਨਾ, ਜੋ ਕਿਸੇ ਨੇ ਤੁਹਾਨੂੰ ਹੁਣ ਪੱਟੀ ਸਾਹਿਬ ਸਮਝ ਗਏ, ਸਾਰੇ ਸਮਝਣਗੇ। ਜੀ 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 ਸਮਝ ਗਏ। ਚਾਵਲਾ ਜੀ ਮੇਰੀ ਬੇਨਤੀ ਇਹ ਆ, ਮੈਂ ਬਾਈਂਡਿੰਗ ਬਾਰੇ ਮਾੜਾ ਜਿਹਾ ਦੱਸਦਾ। ਮੇਰੀ ਵੀ ਪ੍ਰਿੰਟਿੰਗ ਪ੍ਰੈਸ ਦੀ ਇੱਥੇ ਪੰਜਾਬ ਦੇ ਵਿੱਚ ਨਾ ਜੀ ਭਾਜੀ, ਇਹ ਜਿਹੜਾ ਬਾਈਂਡਿੰਗ ਦਾ ਪ੍ਰੋਸੈਸ ਹੈ ਨਾ, ਇਹਦੇ ਵਿੱਚ ਪੱਤਰੇ ਤਾਂ ਛੱਡੋ, ਜਿਹੜੀ ਕਿਤਾਬਾਂ ਵੀ ਹੁੰਦੀਆਂ ਨਾ ਸਕੂਲਾਂ ਦੀਆਂ ਜਾਂ ਕੋਈ ਕੁਐਸਚਨ ਪੇਪਰ ਜਾਂ ਕੋਈ ਵੀ ਚੀਜ਼ ਜਦੋਂ ਬਾਈਂਡਿੰਗ ਹੁੰਦੀ ਆ ਤਾਂ ਉਹ ਜਿਹੜਾ ਉਦਾਂ ਹੀ ਬਾਈਂਡਰ ਬੈਠਾ ਖਿਲਾਰਾ ਉਹ ਵੀ ਨਹੀਂ ਪਾਉਂਦਾ। ਮੈਂ ਤੁਹਾਨੂੰ ਦੱਸਾਂ ਇਹ ਐਵੇਂ ਹੀ, ਇਹ ਪਤਾ ਨਹੀਂ ਕਿਉਂ ਇਹਨਾਂ ਨੇ ਭਾਈ ਸਾਹਿਬ ਨੇ ਨਹੀਂ। ਚਲੋ ਜੀ ਅਜੇ ਵੀ ਜਿਹੜੀ ਹੈ ਨਾ ਕੋਈ ਆਪਾਂ ਇਹ ਗੱਲ ਕਹੀਏ ਕਿ ਨਹੀਂ ਪੈਂਦਾ, ਹੋ ਸਕਦਾ ਉਸ ਵਕਤ ਇਹ ਅੱਜ ਦਾ ਜਿਹੜਾ ਆਪਾਂ ਸੋਚ ਆਪਣੀ ਜਿਹੜੀ ਹੈ ਨਾ ਬੜੀ ਹੋਰ ਬਦਲ ਗਈ ਹੈ ਕਹਿ ਲਈਏ, ਜਾਂ ਅਸੀਂ ਸੁਚੇਤ ਹੋ ਗਏ ਹਾਂ ਕਿ ਨਹੀਂ ਮਹਾਰਾਜ ਦਾ ਸਰੂਪ ਇੱਦਾਂ ਨਹੀਂ ਹੋਣਾ ਚਾਹੀਦਾ ਹੈ ਨਾ, ਕਿਉਂਕਿ ਸਾਡੇ ਗੁਰੂ ਆ, ਸਾਡਾ ਇਹ ਧਰਮ ਆ, ਸਾਡਾ ਮਜ਼ਹਬ ਆ, ਸਾਨੂੰ ਇਹਦੀ ਬੇਅਦਬੀ ਨਹੀਂ ਕਰਨੀ ਚਾਹੀਦੀ। ਉਸ ਵਕਤ ਕੁਝ ਹੋ ਗਿਆ ਹੋਊਗਾ, ਉਹਨਾਂ ਨੇ ਦੇਖ ਵੀ ਲਿਆ ਹੋਊਗਾ। ਮੈਂ ਤਾਂ ਉਹਨਾਂ ਨੇ ਚਲੋ ਮੈਂ ਮੰਨਦਾ, ਪਰ ਉਹ ਪੇਪਰ ਨਹੀਂ ਚਾਵਲਾ ਜੀ, ਦੇਖੋ ਉਹ ਜਿਹੜੇ ਪੇਪਰ ਦੇ ਪੈਰ ਰੱਖਿਆ ਗਿਆ ਉਹ ਲੱਗਦਾ ਹੀ ਨਹੀਂ ਬਾਈਂਡਿੰਗ ਦੇ ਵਿੱਚ। ਅਗਲੇ ਚੱਕ ਕੇ ਪਰੇ ਕਰ ਦਿੰਦੇ, ਇਹ ਕਹਿੰਦੇ ਪਤਰੇ ਹਿੱਲਰੇ ਪਏ ਸੀ ਉਹਦੇ ਉੱਤੇ ਤੁਰ ਕੇ ਬੰਦਾ ਬਾਹਰ ਚਲਾ ਗਿਆ। ਪਹਿਲਾਂ ਕਿਹਾ ਸੀ ਬਕਾਇਦਾ ਤੌਰ ਤੇ ਆਪਣੇ ਪ੍ਰੋਗਰਾਮ ਦੇ ਵਿੱਚ ਜੀ। ਅਸੀਂ ਵੇਖੋ ਇਸ ਨੂੰ ਜਿਹੜੀ ਇਸ ਮੰਚ ਤੇ ਗੱਲ ਹੁੰਦੀ ਹੈ ਨਾ, ਇਹ ਆਡੀਓ ਵੀਡੀਓ ਬੜੀ ਦੂਰ ਤੱਕ ਜਾਂਦੀ ਹੈ ਤੇ ਅਸੀਂ ਉਹੀ ਗੱਲ ਕਰਦੇ ਹਾਂ ਜਿਹੜੀ ਸਾਡੇ ਕੋਲ ਮੇਰੇ ਕੋਲ ਪ੍ਰੂਫ ਸਬੂਤ ਹੋਵੇ ਹੈ ਨਾ। ਮੈਂ ਜੋ ਕੋ ਲੱਗਾ ਸੀਗਾ ਵੀ ਇੱਦਾਂ ਕਟਿੰਗ ਕਰਕੇ ਜਿਹੜੀਆਂ ਕਾਤਰਾਂ ਵਧੀਆਂ ਹੁੰਦੀਆਂ ਉੱਤੇ ਤਾਂ ਮਹਾਰਾਜ ਦਾ ਸਰੂਪ ਨਹੀਂ ਲਿਖਿਆ ਹੁੰਦਾ, ਕਿਉਂਕਿ ਆਪਾਂ ਵੀ ਪ੍ਰਿੰਟਿੰਗ ਪ੍ਰੈਸ ਚੱਲਦੀ ਹੋਈ ਵੇਖੀ ਆ। ਪਰ ਜਿੱਦਾਂ ਪੱਟੀ ਸਾਹਿਬ ਨੇ ਕਹਿਤਾ ਉਦੋਂ ਛਾਪਾਖਾਨਾ ਹੁੰਦਾ ਸੀਗਾ, ਉਦੋਂ ਲਗਾ ਮਾਤਰਾ ਕੋ ਵੱਧ ਹੋ ਗਈ, ਉਦੋਂ ਬਾਅਦ ਪ੍ਰੂਫ ਰੀਡਿੰਗ ਹੋ ਗਈ ਤੇ ਉਹਨਾਂ ਨੇ ਹੋ ਸਕਦਾ ਸਾਈਡ ਤੇ ਕਰ ਦਿੱਤਾ ਹੋਵੇ। ਉਹੀ ਛਾਪਾਖਾਨਾ ਹੁੰਦਾ ਸੀ ਜੀ ਮੇਰਾ, ਮੈਂ ਇਸ ਲਈ ਮੈਂ ਉਹ ਸਾਰੇ ਪ੍ਰੋਸੈਸ ਨੂੰ ਜਾਣਦਾ। ਪਰ ਇਹ ਜਿਹੜੀ ਗੱਲ ਕਹਿ ਰਹੇ ਆ ਇਹ ਸੁਪਨਾ ਹੀ ਹੋ ਸਕਦਾ। ਚਲੋ ਵੀਰ ਜੀ ਆਪਾਂ ਇਹ ਅਸਲੀਅਤ ਨਹੀਂ ਹੈ। ਨਹੀਂ ਚਲੋ ਹੋ ਸਕਦਾ ਕਿ ਉਹਨਾਂ ਨੇ ਦੇਖਿਆ ਹੋਵੇ, ਤੁਸੀਂ ਹੁਣ ਕਹਿ ਸਕਦੇ ਅਸਲੀਅਤ ਨਹੀਂ ਆ, ਤੁਸੀਂ ਉੱਥੇ ਸੀ ਨਾ ਮੈਂ ਉੱਥੇ ਸੀ, ਜਿਹੜਾ ਬੋਲ ਕੇ ਗਿਆ ਉਹ ਉੱਥੇ ਹੀ। ਜੇ ਉਹਨਾਂ ਨੇ ਗਲਤ ਬੋਲਿਆ ਉਹ ਤੇ ਆਪੇ ਸਤਿਗੁਰੂ ਉਹ ਜਾਣੀ ਜਾਣ। ਠੀਕ ਹੈ ਚਾਵਲਾ ਸਾਹਿਬ, ਅੱਜ ਜਿਹੜਾ ਸਰੂਪ ਆ ਆਫਸੈਟ ਮਸ਼ੀਨ ਤੇ ਛਪਦਾ ਜੀ, ਛਾਪਣ ਤੋਂ ਬਾਅਦ ਤੁਹਾਨੂੰ ਪਤਾ ਹੋਏਗਾ ਅੱਜ ਤੋਂ 7-8 ਸਾਲ ਜਿਹੜੀ ਸਤਿਕਾਰ ਕਮੇਟੀ ਵਾਲੇ ਬਕਾਇਦਾ ਤੌਰ ਤੇ ਉੱਥੇ ਗਏ ਸੀ ਵੀ ਤੁਸੀਂ ਮਰਿਆਦਾ ਨਾਲ ਸਾਫ਼ ਨਹੀਂ ਰਹੇ, ਤੁਸੀਂ ਮਰਿਆਦਾ ਨਹੀਂ ਰੱਖ ਰਹੇ, ਤੁਸੀਂ ਸਫਾਈ ਨਹੀਂ ਰੱਖ ਰਹੇ। ਉਹਨਾਂ ਨਾਲ ਸ਼੍ਰੋਮਣੀ ਕਮੇਟੀ ਉਲਝ ਗਈ ਸੀ ਤੇ ਉਹਨਾਂ ਕੁੱਟ ਹੱਡੀਆਂ ਤੋੜਤੀਆਂ ਹੋਣ ਵਿਚਾਰਿਆਂ ਦੀਆਂ, ਉਹਨਾਂ ਦੇ ਪਰਚਾ ਵੀ ਕਰਾਤਾ ਸੀਗਾ। ਹੁਣ ਉਹ ਵੀ ਬੰਦੇ ਤੇ ਗਏ ਨਾ ਜਾ ਕੇ ਕਿਆ ਮਰਿਆਦਾ ਨਹੀਂ ਹੈਗੀ, ਤੁਸੀਂ ਇਹ ਠੀਕ ਨਹੀਂ ਕਰ ਰਹੇ ਜੋ ਕਰ ਰਹੇ ਹੋ। ਜੇ ਉਹਨੇ ਇੰਨੀ ਗੱਲ ਕਹੀ ਸੀ, ਕੋਈ ਤਾਂ ਕੁਝ ਵੇਖਿਆ ਤੇ ਫਿਰ ਉਹਨੇ ਗੱਲ ਕਹੀ ਹੈ ਨਾ ਜੀ। ਬਿਲਕੁਲ ਹੋ ਸਕਦਾ ਫਿਰ ਉੱਥੇ ਗਿਆ ਨਾ ਜੀ। ਹਾਂਜੀ ਬਿਲਕੁਲ। ਪੱਟੀ ਸਾਹਿਬ ਕੁਝ ਸਵਾਲ ਰਹਿ ਗਏ ਨੇ, 12:23 ਹੋ ਗਏ ਨੇ, ਅੱਜ ਤਾਂ ਸ਼ੁੱਕਰਵਾਰ ਤੋਂ ਵੱਧ ਹੋ ਗਿਆ। ਮੇਰੇ ਵੀਰ ਨੇ ਜੀ ਸੁਰਜੀਤ ਸਿੰਘ ਕੰਡਾ ਸਾਹਿਬ ਨੇ ਲਿਖਿਆ ਕਿ ਮੈਂ 7ਵੀਂ ਕਲਾਸ ਤੱਕ ਤੁਹਾਡਾ ਕਲਾਸ ਫੈਲੋ ਰਿਹਾ ਔਰ ਦੁਰਗ ਸ਼ਹਿਰ ਤੋਂ ਛੱਤੀਸਗੜ੍ਹ ਸਟੇਟ ਹੈ। ਤੁਹਾਡੇ ਨਾਲ ਬਤਾਏ ਹੋਏ ਬਚਪਨ ਦੀਆਂ ਸ਼ਰਾਰਤਾਂ, ਉਹ ਗੱਲਾਂ ਬਾਤਾਂ ਜੋ ਆਪਾਂ ਰਲ ਕੇ ਕੀਤੀਆਂ ਛੋਟੇ ਹੁੰਦੇ। 7ਵੀਂ ਤੱਕ ਮਤਲਬ ਬਹੁਤ ਉਮਰ ਹੁੰਦੀ ਹੈ ਜੀ, 12 ਸਾਲ ਹੁੰਦੇ ਨੇ। ਔਰ ਮੈਨੂੰ ਇਹ ਯਾਦ ਆ ਗਿਆ ਜੀ, ਹੁਣ ਮੈਂ ਇਹਨਾਂ ਦੇ ਨਾ ਜਿਹੜੇ ਬਜ਼ੁਰਗ ਕੰਡਾ ਸਾਹਿਬ ਦੇ ਉਹ ਲੈ ਕੇ ਜਾਇਆ ਕਰਦੇ ਸੀ ਸਾਨੂੰ, ਮਤਲਬ ਸਾਰੇ ਜਿਹੜੇ ਉਸ ਵਕਤ ਜਿਹੜੇ ਬਜ਼ੁਰਗ ਸਨ 3-4 ਜਣੇ, ਉਹ ਸਾਨੂੰ ਗੋਇੰਦਵਾਲ ਸਾਹਿਬ ਲੈ ਕੇ ਜਾਇਆ ਕਰਦੇ ਹੁੰਦੇ ਸੀ। ਤੇ ਇਹ ਮੇਰਾ ਸਾਥੀ ਐਡੀ ਦੂਰ ਸੁਣਦਾ ਪਿਆ, ਦੇਖੋ ਅੱਜ ਕਿੱਥੋਂ ਗੱਲ ਸ਼ੁਰੂ ਹੋਈ ਤੇ ਕਿੱਥੇ ਉਹਦਾ ਫੋਨ, ਕਿੱਥੇ ਮੈਸੇਜ ਆ ਰਿਹਾ। ਹਾਂਜੀ, ਉਹ ਮਤਲਬ ਛੱਤੀਸਗੜ੍ਹ ਤੋਂ ਸੁਣਦੇ ਪਏ ਨੇ। ਸੋ ਕੰਡਾ ਸਾਹਿਬ ਲਵ ਯੂ, ਥੈਂਕ ਯੂ ਵੈਰੀ ਮੱਚ। ਆਪਾਂ ਹਮ ਉਮਰ ਹਾਂ, ਮੈਨੂੰ ਨਹੀਂ ਪਤਾ ਤੁਸੀਂ ਉਮਰ 'ਚ ਮੇਰੇ ਨਾਲੋਂ 1 ਸਾਲ ਵੱਡੇ ਹੋ ਜਾਂ 6 ਮਹੀਨੇ ਵੱਡੇ ਹੋ। ਅਤੇ ਮੈਨੂੰ ਹੁਣ ਤੁਹਾਡੀ ਫੋਟੋ ਤੁਸੀਂ ਭੇਜੀ ਆ, ਵੇਖ ਕੇ ਵਾਹ ਵਾਹ, ਬਚਪਨ ਦੀਆਂ ਯਾਦਾਂ ਤਾਜ਼ੀਆਂ ਹੋ ਗਈਆਂ ਨੇ। ਲਵ ਯੂ। ਫੈਮਿਲੀ ਲਈ ਬਹੁਤ ਸਾਰਾ ਪਿਆਰ, ਬੱਚਿਆਂ ਲਈ ਬਹੁਤ ਸਾਰਾ ਪਿਆਰ, ਭਾਬੀ ਜੀ ਲਈ ਬਹੁਤ ਸਾਰਾ ਪਿਆਰ। ਬੜੇ ਸਾਲ ਹੋ ਗਏ ਨੇ, ਮੈਂ 92
ਦੇ ਵਿੱਚ ਕੈਨੇਡਾ ਆ ਗਿਆ ਸੀ, ਉਦੋਂ ਤੁਸੀਂ ਛੱਤੀਸਗੜ੍ਹ ਮੂਵ ਹੋ ਗਏ, ਪਰ ਤੁਸੀਂ ਅੱਜ ਮੈਨੂੰ ਲੱਭ ਲਿਆ। ਇਹ ਯਾਰੀ ਸੋਸ਼ਲ ਨੈਟਵਰਕ ਮੀਡੀਆ ਨੂੰ ਇਹਦੀ ਦਾਤ ਦੇਣੀ ਬਣਦੀ ਹੈ। ਅਤੇ ਪਾਟੀ ਸਾਹਿਬ ਬੜੀਆਂ ਅਨਮੋਲ ਯਾਦਾਂ ਹੁੰਦੀਆਂ ਨੇ। ਹੁਣ ਮੈਨੂੰ ਜਦੋਂ ਮੈਂ ਜਾਣਾ ਤੇ ਘੰਟਾ ਅੱਧਾ ਘੰਟਾ ਤੇ ਉਹ ਯਾਦਾਂ ਮੇਰੀਆਂ ਫੇਰ ਘੁੰਮਦੀਆਂ ਰਹਿਣੀਆਂ ਨੇ, ਹੈ ਨਾ, ਜਿਹੜੀਆਂ ਅਸੀਂ ਇਕੱਠਿਆਂ ਨੇ ਮਤਲਬ ਬਤਾਈਆਂ ਨੇ। ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਸਾਰੇ ਸਵਾਲ ਰਹਿ ਗਏ ਨੇ, ਫੇਰ ਕਰਦੇ ਹਾਂ। ਹਾਂਜੀ, ਥੈਂਕ ਯੂ, ਸ਼ੁਕਰੀਆ, ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਇਹ ਸਨ ਸਰਦਾਰ ਜਸਵੀਰ ਸਿੰਘ ਜੀ ਪੱਟੀ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।